I think most of us are here. Before I begin though, last time I see Chote Kalu Karite, we had a talk on that, and if anybody has any comments at all or anything from the last time that we talked about though, before I move further with my Ashpadi number 5 though, those stanzas baki and I'd like to do that. Does anybody any comments or anything like that, or na kuch samajh aayi hove or something? Okay, I guess there is okay, no problem. I'm sorry. So let me read the stanza number 7. I think stanza number 6 tak we had covered last time. Let me read stanza number 7 and then we will try to go through that stanza and get the essence out of the Guru's jada upadesh utte hai jada. Rahat avar kach avar kamawat, manhi preet mukho gand lawat, janan har prabhu parbeen, bahar pekh na kahu peen, अवर उपदेसे आप न करे, आवत जावत जन्मै मरै, जिसके अंतर बसै निरंकार, तिसकी सीख तरह संसार, जो तुम पाने तिन प्रभ जाता, नानक उन जन चरण पर आता। पिछले नंबर 6 विच ਜਿਹੜਾ ਉਪਦੇਸ਼ ਸੀ ਉਹ ਇਹ ਸੀ ਕਿ ਬਾਕੀ ਜਿਤਨੇ ਕੰਮ ਦੁਨੀਆ ਦੇ ਹਨ, ਜਿਤਨੇ ਵੀ ਕੰਮ ਕਰ ਲੋ, ਲੇਕਿਨ ਉਹਨਾਂ ਕੰਮਾਂ ਦੇ ਨਾਲ ਅਗਰ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ, ਪ੍ਰੇਮਾ ਭਗਤੀ ਵਿੱਚ ਨਹੀਂ ਆਏ, ਜੇ ਉਸ ਨੂੰ ਯਾਦ ਨਹੀਂ ਕੀਤਾ ਤੇ ਬਾਕੀ ਸਾਰੇ ਕੀਤੇ ਹੋਏ ਕੰਮ ਜ਼ਿੰਦਗੀ ਦੇ ਅਸਫਲ ਹੋ ਜਾਂਦੇ ਹਨ। ਭਾਵ ਜਿਹੜੇ ਮੇਨ ਕੰਮ ਨਾ ਕਰੇ ਤੇ ਇਹ ਜਿਹੜੇ ਬਾਕੀ ਕੰਮ ਕੀਤੇ ਹੋਏ ਕਿਸੇ ਕੰਮ ਨਹੀਂ ਆਉਂਦੇ। ਇਹਦਾ ਮਤਲਬ ਨਹੀਂ ਕਿ ਬਾਕੀ ਕੰਮ ਕਰਨੇ ਨਹੀਂ ਹਨ, ਪਰ ਬਾਕੀ ਕੰਮਾਂ ਦੀ ਵੈਲਿਊ ਤਾਂ ਹੀ ਹੈ ਜੇ ਇਹ ਕੰਮ ਕੀਤਾ ਜਾਏ ਨਾਲ। ਹੁਣ ਉਪਦੇਸ਼ ਦਿੰਦੇ ਹਨ ਕਿ ਹੁਣ ਡਿਫਰੈਂਟ ਉਪਦੇਸ਼ ਦਿੰਦੇ ਹਨ ਕਿ ਹਿਪੋਕ੍ਰੇਸੀ ਵਾਲੀ ਜੀਵਨ ਨਾ ਬੰਦਾ ਜੀਏ। ਇਹ ਨਾ ਹੋਵੇ ਕਿ ਉੱਤੋਂ ਕੁਝ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ ਹੋਵੇ। ਉਹ ਜੀ ਜ਼ਿੰਦਗੀ ਜੀਣਾ ਕਿਸੇ ਕੰਮ ਦਾ ਨਹੀਂ ਹੈ। ਐਂਡ ਦੇਖੋ ਤੁਸੀਂ ਛੁਪਾ ਉਹਦੇ ਕੋਲ ਸਕਦੇ ਨਹੀਂ ਕੁਝ ਵੀ, ਉਹਦੇ ਕੋਲ ਕੁਝ ਛੁਪਾ ਨਹੀਂ ਹੈ। ਇਸ ਵਾਸਤੇ ਇਟਸ ਬੈਟਰ ਟੂ ਬੀ, ਤੁਸੀਂ ਅਪਫਰੰਟ ਹੋਵੋ ਤੇ ਓਨੈਸਟ ਹੋਵੋ, ਤੇ ਜੇ ਤੁਸੀਂ ਨਹੀਂ ਕਰਦੇ ਪਏ ਤੇ ਆਪਣੇ ਆਪ ਨੂੰ ਸਮਝਾਵੋ ਤੇ ਇਸ ਪਾਸੇ ਪ੍ਰੇਰੋ। ਇਹ ਨਾ ਕਰੋ ਕਿ ਅੰਦਰ ਤੁਹਾਡੇ ਹੋਵੇ ਨਾ ਨਾਮ ਤੇ ਪ੍ਰੀਟੈਂਡ ਕਰੋ ਕਿਸ ਦੇ ਸਾਹਮਣੇ ਕੀ ਹੈ ਤੁਹਾਡੇ ਅੰਦਰ। ਰਹਿਤ ਅਵਰ ਕਛ ਅਵਰ ਕਮਾਵਤ, ਰਹਿਤ ਹੁੰਦੀ ਹੈ ਤੁਹਾਡੀ ਰਹਿਣੀ ਬਹਿਣੀ ਰੋਜ਼ ਦੀ। ਸੋ ਤੁਸੀਂ ਕਿਸ ਤਰ੍ਹਾਂ ਉੱਠਦੇ ਬੈਠਦੇ ਹੋ, ਕਿਸ ਤਰ੍ਹਾਂ ਬੋਲਦੇ ਹੋ, ਤੁਹਾਡੀ ਰਹਿਣੀ ਬਹਿਣੀ ਕਿੰਜ ਹੈ, ਤੁਹਾਡੇ ਫਰੈਂਡਸ ਕਿਹੋ ਜਿਹੇ ਹਨ, ਕਿੰਨਾ ਝੂਠ ਬੋਲਦੇ ਹੋ, ਕਿਤਨਾ ਦੂਸਰਿਆਂ ਨੂੰ ਠੱਗਦੇ ਹੋ। ਤੇ ਰਹਿਤ ਕੁਝ ਹੋਰ ਹੋਵੇ ਤੇ ਕਮਾ ਕੁਝ ਹੋਰ ਰਿਹਾ ਹੋਵੇ। ਮਤਲਬ ਅੰਦਰੋਂ ਰਹਿਣੀ ਕੁਝ ਹੋਰ ਹੋਵੇ ਤੇ ਬਾਹਰੋਂ ਕੁਝ ਹੋਰ ਹੋਵੇ। ਅੰਦਰੋਂ ਕੁਝ ਹੋਰ ਹੋਵੇ ਤੇ ਬਾਹਰ ਭਗਤ ਬਣ ਕੇ ਚਲਾ ਜਾਏ, ਜਾਂ ਅੰਦਰੋਂ ਕੁਝ ਹੋਰ ਹੋਵੇ ਤੇ ਹਰ ਸੰਡੇ ਮੇਰੇ ਵਰਗੂ ਜਾ ਕੇ ਜਪਜੀ ਦਾ ਪਾਠ ਪੜਾਏ ਉੱਥੇ ਜਾ ਕੇ, ਲੇਕਿਨ ਆਪ ਨਾ ਫੋਲੋ ਕਰੇ। ਆਪ ਕੁਝ ਹੋਰ ਕਰੇ, ਅੰਦਰੋਂ ਕੁਝ ਹੋਰ ਹੋਵੇ, ਉਹ ਗੱਲ ਠੀਕ ਨਹੀਂ ਹੈ। ਉਹ ਜਿਸਾ ਉਹ ਸਹੀ ਹੈ ਜਿਸਾ ਮਨ ਨਹੀਂ ਪ੍ਰੀਤ ਤੇ ਮੁਖੋਂ ਗੰਢ ਲਾਵਤ। ਮੁਖ ਨਾਲ ਮੂੰਹ ਨਾਲ ਗੰਢ ਲਾਣਾ, ਭਾਵ ਮੂੰਹੋਂ ਬੋਲਣਾ ਖਾਲੀ, ਬਟ ਡੋਂਟ ਮੀਨ ਐਨੀਥਿੰਗ ਬਿਹਾਈਂਡ ਇਟ। ਬੋਲੀ ਜਾਣਾ ਕੁਛ, ਜਾਂ ਕੁਛ ਕਰੀ ਜਾਣਾ। ਸਵੇਰੇ ਉੱਠੀ ਜਾਣਾ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਜਾਂ ਪਾਠ ਕਰੀ ਜਾਣਾ, ਜਾਂ ਕੀਰਤਨ ਕਰੀ ਜਾਣਾ, ਲੇਕਿਨ ਜੋ ਗੁਰੂ ਦਾ ਉਪਦੇਸ਼ ਹੈ ਉਹ ਮਨ ਵਿੱਚ ਨਾ ਵਸਾਣਾ। ਮਨ ਨਹੀਂ ਪ੍ਰੀਤ, ਪ੍ਰਮਾਤਮਾ ਦੀ ਪ੍ਰੀਤੀ ਨਹੀਂ ਹੈ ਤੁਹਾਡੇ ਅੰਦਰ, ਪ੍ਰਮਾਤਮਾ ਦੀ ਭਗਤੀ ਨਹੀਂ ਹੈ ਅੰਦਰ, ਪ੍ਰਮਾਤਮਾ ਨਾਲ ਪਿਆਰ ਨਹੀਂ ਹੈ ਤੁਹਾਨੂੰ ਤੁਹਾਡੇ ਅੰਦਰ, ਲੇਕਿਨ ਮੂੰਹ ਨਾਲ ਗੰਢ ਲਾਓ, ਭਾਵ ਉੱਤੋਂ ਹੈ ਪਿਆਰ, ਉੱਤੋਂ ਸਭ ਨੂੰ ਦਿਖਾ ਰਹੇ ਹੋ, ਲੇਕਿਨ ਅੰਦਰ ਨਾ ਹੋਵੇ। ਤੇ ਅਗਲੀ ਲਾਈਨ ਵਿੱਚ ਚੇਤਾਵਨੀ ਦਿੰਦੇ ਹਨ। ਜੀ I don't understand what ਗੰਢ ਲਾਵਤ really means. The word ਗੰਢ ਲਾਣੀ, ਮੂੰਹ ਨਾਲ ਗੰਢ ਲਾਣੀ, ਭਾਵ saying something that you really don't mean, ਮੁਖੋਂ ਗੰਢ ਲਾਵਤ, ਮੂੰਹ ਨਾਲ ਗੰਢ ਲਾ ਲੈਣੀ। ਇੱਕ ਮੁਹਾਵਰਾ ਹੈ, ਇਹਦਾ ਮਤਲਬ ਕਿ you just say what sounds right and what the other person wants to hear, has nothing to do with how you live your life, Well, I would differ. ਮੁਖੋਂ ਗੰਢ ਲਾਵਤ, ਮੂੰਹ ਨਾਲ ਗੰਢ ਲਾਣੀ ਉਹਦੀ। ਜਾਣਨ ਹਾਰ ਪ੍ਰਭੂ ਪਰਬੀਨ, ਉਹ ਪ੍ਰਮਾਤਮਾ ਸਭ ਕੁਝ ਜਾਣਨ ਹਾਰ ਹੈ, ਉਹ ਸਿਆਣਾ ਹੈ, ਉਹ ਪ੍ਰਬੀਨ ਹੈ, ਉਹ ਸੁਜਾਨ ਹੈ। ਬੋਲਣਾ ਸ਼ੁਰੂ ਹੋਗਾ ਤਾਂ ਆਪਣੇ ਆਪ ਕਰੇਗਾ। ਸਵੀਟੀ ਜੀ ਤੁਸੀਂ ਮਿਊਟ ਨਹੀਂ ਹੋ ਤੁਸੀਂ। sorry
ਮਨੀ ਪ੍ਰੀਤ ਮੁਖੋ ਗੰਢ ਲਾਵਤ, ਮਨ ਦੇ ਅੰਦਰ ਪ੍ਰੀਤੀ ਨਹੀਂ ਹੈ, ਮੂੰਹ ਨਾਲ ਗੰਢ ਲਾਉਂਦੇ ਹੋ ਖਾਲੀ। ਜਾਣਨ ਹਾਰ ਪ੍ਰਭੂ ਪ੍ਰਬੀਨ, ਉਹ ਪ੍ਰਮਾਤਮਾ ਸਭ ਕੁਝ ਜਾਣਨ ਵਾਲਾ ਹੈ। ਪ੍ਰਬੀਨ ਮਨੇ ਬਹੁਤ ਸਿਆਣਪਤਾ ਹੈ, ਬਹੁਤ ਸਿਆਣਾ ਹੈ, ਹਰ ਚੀਜ਼ ਜਾਣਦਾ ਹੈ ਉਹ। ਤੇ ਬਾਹਰ ਭੇਖ ਨਾ ਕਾਹੂ ਭੀਨ, ਭੀਨ ਮਨੇ ਭਿੱਜ ਜਾਣਾ, ਭੀਨ ਮਨੇ ਇੰਪ੍ਰੈਸ ਹੋ ਜਾਣਾ, ਉਹ ਬਾਹਰਲੇ ਭੇਖ ਨਾਲ, ਆਊਟਵਰਡ ਅਪੀਅਰੈਂਸ ਨਾਲ, ਤੁਹਾਡੇ ਆਊਟਵਰਡ ਕੀ ਹੈ ਤੁਹਾਡਾ, ਉਹਦੇ ਨਾਲ ਲੋਕ ਇੰਪ੍ਰੈਸ ਨਹੀਂ ਹੁੰਦਾ। ਜੋ ਤੁਹਾਡੇ ਅੰਦਰ ਹੈ ਉਹਦੇ ਨਾਲ ਜ਼ਿਆਦਾ ਇੰਪ੍ਰੈਸ ਹੁੰਦਾ ਹੈ। ਜਿਸਾ ਮਰਜੀ ਕੋਈ ਸ਼ਕਲ ਬਣਾ ਲੈ, ਜਿਸਾ ਮਰਜੀ ਕੋਈ ਸੰਤ ਵਰਗਾ ਪਿਖਾਵਾ ਹੋ ਜਾਏ, ਚਾਹੇ ਉਹ ਜਿਹੜੇ ਮਰਜੀ ਮਜ਼ਹਬ ਦਾ ਹੋਵੇ, ਜਦ ਤੱਕ ਅੰਦਰ ਨਾ ਹੋਵੇ ਉਹਦੀ ਪ੍ਰੀਤੀ, ਤਦ ਤੱਕ ਬਾਹਰ ਕੁਝ ਨਹੀਂ ਹੋ ਸਕਦਾ। ਉਹ ਪ੍ਰਮਾਤਮਾ ਸਭ ਕੁਝ ਜਾਣਨ ਵਾਲਾ ਹੈ। ਤੇ ਇੱਥੇ ਜਿਹੜਾ ਉਪਦੇਸ਼ ਤੁਸੀਂ ਦੇਖੋਗੇ ਐਜ਼ ਯੂ ਮੂਵ ਅਲੋਂਗ ਹੇਅਰ ਦੋ, ਇਹ ਉਪਦੇਸ਼ ਹੈ ਉਹਨਾਂ ਵਾਸਤੇ ਜਿਹੜੇ ਪ੍ਰੀਟੈਂਡ ਕਰਦੇ ਹਨ ਪ੍ਰਮਾਤਮਾ ਨੂੰ ਪਿਆਰ ਕਰਨ ਦਾ, ਲੇਕਿਨ ਅੰਦਰੋਂ ਪਿਆਰ ਹੈ ਨਹੀਂ ਜਿਨ੍ਹਾਂ ਦਾ, ਜਿਹੜੇ ਸਿਰਫ ਪੋਟੈਂਸ਼ੀਅਸ ਰੂਪ ਵਿੱਚ, ਸਰਫੇਸ ਰੂਪ ਵਿੱਚ ਹਨ, ਜਿਹੜੇ ਖਾਲੀ। ਅਵਰ ਉਪਦੇਸੇ ਆਪ ਨਾ ਕਰੇ, I'll be a perfect example here, ਦੂਸਰਿਆਂ ਨੂੰ ਸਮਝਾਵਾਂ ਸੁਖਮਨੀ, ਅਵਰ ਉਪਦੇਸੇ ਦੂਸਰਿਆਂ ਨੂੰ ਉਪਦੇਸ਼ ਕਰਾਂ, ਤੇ ਆਪ ਕਰਾਂ ਨਾ ਜੋ ਲਿਖਿਆ ਹੋਇਆ ਹੈ। ਜੋ ਇੱਥੇ ਲਿਖਿਆ ਹੋਇਆ ਕਰਨ ਨੂੰ, ਆਪ ਭਗਤੀ ਨਾ ਕਰਾਂ, ਆਪ ਬੰਦਗੀ ਨਾ ਕਰਾਂ, ਆਪ ਪਰਮੇਸ਼ਰ ਦਾ ਨਾਮ ਨਾ ਲਵਾਂ, ਆਪ ਨਾ ਯਾਦ ਕਰਾਂ ਉਸਨੂੰ, ਲੇਕਿਨ ਦੂਸਰਿਆਂ ਨੂੰ ਉਪਦੇਸ਼ ਕਰੋਗੇ ਤੁਸੀਂ ਯਾਦ ਕਰੋ। ਇਹੋ ਜਿਹੇ ਬੰਦਿਆਂ ਦਾ ਕੋਈ, ਇਹੋ ਜਿਹੇ ਬੰਦੇ are worse than those people that don't remember him at all, ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਇਹੋ ਜਿਹੇ ਬੰਦੇ ਫਿਰ ਆਂਦੇ ਜਾਂਦੇ ਰਹਿੰਦੇ ਹਨ, ਭਾਵ they never go out of this cycle of birth and death। ਤੇ ਇਹ ਸਾਰੇ ਜਿਹੜੇ ਬੰਦੇ ਹਿਪੋਕ੍ਰਿਟ ਜਿਹੜੇ ਹਨ, ਜਿਹੜੇ ਜਿਨ੍ਹਾਂ ਦੀ ਰਹਿਤ ਅਵਰ ਕਛ ਅਵਰ ਕਮਾਵਤ ਹੈ, ਮੰਨੀ ਪ੍ਰੀਤ ਮੁਖੋ ਗੰਢ ਲਾਵਤ ਹੈ, ਬਾਹਰ ਭੇਖ ਨਾ ਕਾਉ ਭੀਨ ਹੈ, ਅਵਰ ਉਪਦੇਸੇ ਆਪ ਨਾ ਕਰੇ ਹੈ। ਇਹੋ ਜਿਹੇ ਬੰਦੇ ਬਖਸ਼ੇ ਨਹੀਂ ਜਾਣਗੇ ਉਹਦੀ ਦਰਗਾਹ ਵਿੱਚ। ਇਹ ਸਮਝਦੇ ਆਣਗੇ ਇਹ ਛੁਪ ਰਹੇ ਹੈ, ਸਮਝਦੇ ਹਨ ਕਿ ਨਹੀਂ ਹੈ। ਸੋ ਇਸੀ ਵਾਸਤੇ ਮੈਂ ਪਿਛਲੇ ਹਫਤੇ ਵੀ ਗੁਰੂ ਨਾਨਕ ਚਮਤਕਾਰ ਦੀ ਕਲਾਸ ਵਿੱਚ ਹੀ ਮੈਂ ਇਹ ਗੱਲ ਕਹੀ ਸੀ, ਤੇ ਹੁਣ ਵੀ ਕਹਿ ਰਿਹਾ ਦੁਬਾਰਾ। ਪ੍ਰਮਾਤਮਾ ਦੇ ਰਸਤੇ ਵਿੱਚ ਚੱਲਣ ਵਾਲੇ ਭਗਤਾਂ ਨੂੰ, ਜਿਗਿਆਸੂ ਜਨਾਂ ਨੂੰ ਆਪਣਾ ਇੱਕ ਟੈਸਟ ਜ਼ਰੂਰ ਲੈਣਾ ਚਾਹੀਦਾ ਹੈ। ਆਫਟਰ ਐਵਰੀ ਫਿਊ ਮੰਥਸ ਆਪਣੇ ਆਪ ਨੂੰ ਐਗਜ਼ਾਮਿਨ ਕਰਨਾ ਚਾਹੀਦਾ ਹੈ। ਆਈ ਨੋ, ਤੇ ਐਗਜ਼ਾਮਿਨ ਇਹ ਕਰੇ ਕਿ ਲਿਖੇ 8-7-8 ਗੱਲਾਂ, ਤੇ ਦੇਖੇ ਕਿ ਮੇਰੇ 'ਚ ਕੋਈ ਫਰਕ ਪਿਆ ਪਿਛਲੇ 4 ਹਫ਼ਤਿਆਂ 'ਚ, 8 ਹਫ਼ਤਿਆਂ 'ਚ, 2 ਮਹੀਨਿਆਂ 'ਚ, 3 ਮਹੀਨਿਆਂ 'ਚ। ਕੀਰਤਨ ਕਰਦਾ ਹੋਵੇ ਤੇ ਗੁੱਸਾ ਉਂਝੇ ਦਾ ਉਂਝੇ ਹੀ ਹੋਵੇ, ਕੀਰਤਨ ਕਰਦਾ ਹੋਵੇ ਤੇ ਦੂਸਰੇ ਨੂੰ ਠੱਗਣ ਦੀ ਭਾਵਨਾ ਉਹੀ ਹੋਵੇ, ਕੀਰਤਨ ਕਰਦਾ ਹੋਵੇ ਪਰ ਫਿਰ ਵੀ ਦੂਸਰਿਆਂ ਦਾ ਦਿਲ ਦੁਖਾਉਣ ਦੀ ਹਿੰਮਤ ਹੋਵੇ ਉਹਦੀ, ਕੀਰਤਨ ਕਰਦਾ ਹੋਵੇ ਲੇਕਿਨ ਅੰਦਰੋਂ ਫਿਰ ਵੀ ਗ੍ਰੀਡੀ ਹੋਵੇ, ਕੀਰਤਨ ਕਰਦਾ ਹੋਵੇ ਤੇ ਸੇਵਾ ਦਾ ਭਾਵ ਬਣੇ ਹੀ ਨਾ ਉਹਦੇ 'ਚ, ਕਦੀ ਸੇਵਾ ਕਰਨ ਦਾ ਮਨ ਹੀ ਨਾ ਕਰੇ ਉਸਨੂੰ ਕਰੇ। ਇਹੋ ਜਿਹੇ ਇਨਸਾਨ ਦਾ ਕੁਝ ਨਹੀਂ ਹੋ ਸਕਦਾ। they live their life the way they are। ਉਹਨਾਂ ਦਾ ਕੀਰਤਨ ਕਰਨਾ, ਕੀਰਤਨ ਸਿੱਖਣਾ, ਉਹਨਾਂ ਦੇ ਬਾਣੀ ਪੜ੍ਹਨਾ, ਸੁਣਨੀ, ਉਹਨਾਂ ਦਾ ਕੁਝ ਕਿਸੇ ਕਿਲੇ ਨਹੀਂ ਪੈਂਦਾ, ਕਿਸੇ ਥਾਂ ਨਹੀਂ ਪੈਂਦੀ ਉਹ ਜਗ੍ਹਾ। ਔਰ ਇਹ ਆਪਣੇ ਆਪ ਤੇ ਕੁਐਸਚਨ ਕਰਕੇ ਤੁਸੀਂ ਇਹ ਜ਼ਰੂਰ ਕਰਿਆ ਕਰੋ, ਇਹ ਕੁਐਸਚਨ ਆਪਣੇ ਆਪ ਤੇ ਪੁੱਛਿਆ ਕਰੋ ਕਿ ਅੱਜ ਤੋਂ 6 ਮਹੀਨੇ ਪਹਿਲੇ ਮੈਨੂੰ ਪ੍ਰਮਾਤਮਾ ਕਿੰਨਾ ਯਾਦ ਆਂਦਾ ਸੀ, ਹੁਣ ਕਿੰਨਾ ਯਾਦ ਆਂਦਾ, ਮੈਂ ਮਿਸ ਕਰਦਾ, ਵੈਰਾਗ ਮੇਰੇ ਅੰਦਰ ਉਤਪੰਨ ਹੁੰਦਾ ਹੈ, ਬਾਣੀ ਪੜ੍ਹਦਿਆਂ ਮੇਰਾ ਕਿੰਨਾ ਧਿਆਨ ਲੱਗਦਾ ਹੈ, ਮੇਰੇ ਸੇਵਾ ਕਰਨ ਦਾ ਮਨ ਕਰਦਾ ਹੈ, ਦੂਸਰੇ ਨੂੰ ਦੇਖ ਕੇ ਪ੍ਰਮਾਤਮਾ ਯਾਦ ਆਂਦਾ, ਦੂਸਰਿਆਂ ਚੋਂ ਪ੍ਰਮਾਤਮਾ ਨੂੰ ਦੇਖ ਸਕਦਾ। ਮਾੜਾ ਤੋਂ ਮਾੜਾ ਬੰਦਾ ਕਿਉਂ ਨਾ ਹੋਵੇ, ਮੇਰੇ ਅੰਦਰ ਘਿਰਣਾ ਤੇ ਨਹੀਂ ਪੈਦਾ ਹੁੰਦੀ ਉਹਨਾਂ ਦੇ ਅੰਦਰ। ਇਹ ਗੱਲਾਂ ਬਹੁਤ ਇੰਪੋਰਟੈਂਟ ਹੈ ਆਪਣੇ ਆਪ ਤੇ ਕਰਨੀਆਂ, ਬਿਕਾਜ਼ ਅਨਲੈਸ ਯੂ ਆਸਕ yourself what those issues are, ਤੇ ਤੁਹਾਡੀ ਸਪਿਰਿਚੁਅਲ ਪ੍ਰੋਗਰੈਸ ਨਹੀਂ ਤੁਸੀਂ ਦੇਖ ਸਕਦੇ। ਹਾਂਜੀ, ਸਪਿਰਿਚੁਅਲ ਪ੍ਰੋਗਰੈਸ ਆਪਣੀ ਐਗਜ਼ਾਮਿਨ ਕਰਨੀ ਬਹੁਤ ਕ੍ਰਿਟੀਕਲ ਹੈ। ਬੜੇ ਵੱਡੇ ਆਥਰ ਸਭ ਨੇ ਇਸ ਬਾਰੇ ਲਿਖਿਆ ਹੈ। ਭਾਈ ਕਾਨ ਸਿੰਘ ਨਾਭਾ ਨੇ ਸਭ ਤੋਂ ਜ਼ਿਆਦਾ ਲਿਖਿਆ ਹੈ ਗੁਰਮਤ ਮਾਰਤੰਡ ਵਿੱਚ, ਸਿਮਰਨ ਦੇ ਚੈਪਟਰ ਦੇ ਉੱਤੇ ਥੱਲੇ ਫੁੱਟਨੋਟ ਵੀ ਲਗਾਇਆ ਨੇ ਨਾਲ। ਸੋ ਇਹ ਆਪਣੇ ਆਪ ਤੇ ਤੁਸੀਂ ਜ਼ਰੂਰ ਕੁਐਸਚਨ ਕਰਿਆ ਕਰੋ, ਜ਼ਰੂਰ ਆਪਣੇ ਆਪ ਨੂੰ ਸਮਝਿਆ ਕਰੋ ਕਿ ਮੈਂ ਜੋ ਮੈਂ ਕਰਦਾ ਪਿਆ ਇਹਦੇ ਵਿੱਚ ਕਿਤਨਾ ਕੁਝ ਜਿਹੜਾ ਹੈ ਮੇਰਾ ਅਸਲੀ, ਮੇਰਾ ਕੰਮ ਸਵਰ ਰਿਹਾ ਕਿ ਨਹੀਂ ਸਵਰ ਰਿਹਾ ਮੇਰਾ ਕੰਮ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਤੇ ਜਿਹਦੇ ਅੰਦਰ ਉਹ ਪ੍ਰਮਾਤਮਾ ਹੁੰਦਾ ਹੈ, ਜਿਹੜੇ ਜਨਾਂ ਧਨ ਹਨ, ਜਿਹੜੇ ਯਾਦ ਕਰਦੇ ਹਨ ਉਸਨੂੰ ਬਾਰ-ਬਾਰ, ਧਨ ਹਨ ਜਿਨ੍ਹਾਂ ਦੇ ਅੰਦਰ ਉਹ ਵਸਦਾ ਹੈ, ਜਿਨ੍ਹਾਂ ਦੇ ਅੰਦਰ ਉਹ ਵਸਦਾ ਹੈ, ਫਿਰ ਸੰਸਾਰ ਉਹਨਾਂ ਦੇ ਪਿੱਛੇ ਚੱਲਦਾ ਹੈ। ਇਸੀ ਵਾਸਤੇ ਅੱਜ ਬਾਬਾ ਬੁੱਢਾ ਜੀ ਦਾ ਬੜਾ ਮਾਣ ਹੈ, ਇਸੀ ਵਾਸਤੇ ਅੱਜ ਭਾਈ ਨੰਦ ਲਾਲ ਜੀ ਦਾ ਬੜਾ ਮਾਣ ਹੈ, ਇਸੀ ਵਾਸਤੇ ਅੱਜ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਬੜਾ ਮਾਣ ਹੈ। ਕਿਉਂ? ਕਿਉਂਕਿ ਜਿਸਕੇ ਅੰਦਰ ਬਸੇ ਨਿਰੰਕਾਰ, ਜਿਹਦੇ ਅੰਦਰ ਪ੍ਰਮਾਤਮਾ ਰਹਿੰਦਾ ਹੈ, ਜਿਹਦੇ ਅੰਦਰ ਉਹ ਪ੍ਰੇਮਾ ਭਗਤੀ ਦਾ
ਕਿਰਨ ਜਿਹਦੇ ਅੰਦਰ ਫੁੱਟਦੀ ਹੈ, ਜਿਹਦੇ ਅੰਦਰ ਉਹਦੀ ਸੀਖ ਤੇ ਸਾਰਾ ਸੰਸਾਰ ਚੱਲਦਾ ਹੈ। ਔਰ ਉਹ ਪਛਾਣੇ ਜਾਂਦੇ ਹਨ ਅਸਲੀ ਬੰਦੇ, ਉਹ ਜਾਣੇ ਜਾਂਦੇ ਹਨ ਅੰਦਰੋਂ। ਉਹ ਚਾਹੇ ਜਿੰਨੇ ਮਰਜ਼ੀ ਛੁਪਣ, ਉਹ ਛੁਪ ਨਹੀਂ ਸਕਦੇ। ਉਹ ਪ੍ਰਮਾਤਮਾ ਦੇ ਭਗਤ, ਬੜੀ ਜਗ੍ਹਾ ਬਾਣੀ ਚ ਇਸ ਬਾਰੇ ਆਇਆ ਹੈ, ਉਹ ਕੋਸ਼ਿਸ਼ ਲੱਖ ਕਰ ਲੈਣ ਛੁਪਣ ਦੀ, ਛੁਪ ਨਹੀਂ ਸਕਣਗੇ। ਕਿਉਂਕਿ ਅਸਲੀ ਜਿਹੜੇ ਬੰਦੇ ਹਨ ਉਹ ਸਾਹਮਣੇ ਆ ਜਾਂਦੇ ਹਨ, ਪ੍ਰਮਾਤਮਾ ਦੇ ਭਗਤ, ਔਰ ਉਹਨਾਂ ਦੇ ਨਕਸ਼ੇ ਕਦਮ ਤੇ ਸੰਸਾਰ ਚੱਲਦਾ ਹੈ। ਇਸ ਵਾਸਤੇ ਗੁਰੂ ਨਾਨਕ ਦੇ ਰਸਤੇ ਤੇ ਸਾਰੇ ਚੱਲਣਾ ਚਾਹੁੰਦੇ ਹਨ, ਭਾਈ ਨੰਦ ਲਾਲ ਜੀ ਦੇ ਰਸਤੇ ਸਾਰੇ ਚੱਲਣਾ ਚਾਹੁੰਦੇ ਹਨ, ਭਾਈ ਸਾਹਿਬ ਭਾਈ ਵੀਰ ਸਿੰਘ ਦੇ ਰਸਤੇ ਸਾਰੇ ਚੱਲਣਾ ਚਾਹੁੰਦੇ ਹਨ। ਇਹੋ ਜਿਹੇ ਜਨ ਜਿਹੜੇ ਦੁਨੀਆ ਚ ਆਉਂਦੇ ਹਨ, ਜਿਹੜੇ ਇਹਨਾਂ ਨੇ ਸੱਚੀ ਨਾਮ ਦੀ ਕਮਾਈ ਕੀਤੀ ਹੈ, ਇਹਨਾਂ ਨਾਮ ਦੀ ਕਮਾਈ ਤੇ ਕਰਨ ਵਾਲਿਆਂ ਤੇ ਸਾਰਾ ਸੰਸਾਰ ਚੱਲਦਾ ਹੈ। ਤੇ ਤੁਸੀਂ ਵੀ, ਜੇ ਤੁਹਾਨੂੰ ਵੀ ਇੱਥੇ ਰੀਜ਼ਨ ਦੇ ਰੋਟ ਦਿਸ ਲਾਈਨ ਇਜ਼ ਬਿਕਾਜ਼ they gave you a solution to your issue। ਜੇ ਤੁਹਾਨੂੰ ਇਹਦੀ ਦਿੱਕਤ ਆ ਰਿਹਾ ਹੈ ਤੇ ਫਿਰ ਤੁਸੀਂ ਫੋਲੋ ਉਹਨਾਂ ਨੂੰ ਕਰੋ, ਜਿਹੜੇ ਸੱਚੀ, ਜਿਨ੍ਹਾਂ ਦੇ ਅੰਦਰੋਂ ਮਨੋਂ ਪਿਆਰ ਹੈ, ਉਹ ਜਨ, ਉਹ ਪ੍ਰਮਾਤਮਾ ਦੇ ਭਗਤ ਜਿਹੜੇ ਸੱਚੀ ਪ੍ਰਮਾਤਮਾ ਨਾਲ ਪਿਆਰ ਕਰਦੇ ਹਨ। ਜਿਸਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਮਨੇ ਸਿੱਖਿਆ, ਉਹਨਾਂ ਦੀ ਸਿੱਖਿਆ ਲੈ ਕੇ ਸੰਸਾਰ ਤੋਂ ਤਰ ਜਾਂਦੇ ਹਨ। ਤੇ ਹੇ ਮੇਰੇ ਦਾਤਾ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ। ਭਾਨੇ ਮਨੇ ਭਾਣੇ ਵਿੱਚ ਭਾਵ ਚੰਗੇ ਲੱਗਣੇ, ਜਿਹੜੇ ਹਾਂਜੀ, ਭਾਨੇ ਦਾ ਇੱਥੇ ਮਤਲਬ ਹੈ ਜਿਹਨੂੰ ਪਿਆਰੇ ਲੱਗਣ, ਜਿਹੜੇ ਤੈਨੂੰ ਪਿਆਰੇ ਲੱਗਦੇ ਹਨ। ਹੇ ਮੇਰੇ ਦਾਤਾ, ਹੇ ਮੇਰੇ ਪ੍ਰਮਾਤਮਾ ਜੀਓ, ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਉਹਨਾਂ ਨੂੰ ਹੀ ਤੇਰੇ ਬਾਰੇ ਪਤਾ ਲੱਗ ਸਕਦਾ ਹੈ, ਉਹੀ ਤੇਰੇ ਬਾਰੇ ਜਾਣ ਸਕਦੇ ਹਨ, ਉਹੀ ਤੇਰੀ ਸਿੱਖਿਆ, ਉਹੀ ਤੇਰੀ ਭਗਤੀ ਕਰ ਸਕਦੇ ਹਨ। ਲਾਸਟ ਟਾਈਮ ਵੀਰ ਜੀ ਨੇ ਕੁਐਸਚਨ ਪੁੱਛਿਆ ਸੀ ਵੀ ਜੇ ਕਰਾਣ ਕਰਾਉਣ ਵਾਲਾ ਉਹ ਹੈ ਸਭ ਜਗ੍ਹਾ, ਤੇ ਫਿਰ ਅਸੀਂ ਕੁਝ ਕਰ ਜੇ ਉਹ ਨਹੀਂ ਲਗਾਉਣਾ ਹੈ ਹਰ ਪਾਸੇ। ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਉਸ ਲਾਇਕ ਬਣੋਗੇ, ਤੁਹਾਡੇ ਕਰਮ ਠੀਕ ਹੋਣਗੇ, ਤੇ ਤੁਹਾਡੇ ਤੇ ਕਿਰਪਾ ਤੁਹਾਡੇ ਤੇ ਵੀ ਹੋਏਗੀ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਉਹ ਪਰਾਤਾ ਮਤਲਬ ਪੈ ਜਾਣਾ, ਚਰਨ ਪਰਾਤਾ ਚਰਨ ਪੈ ਜਾਣਾ, ਭਾਵ ਹਿਊਮਿਲਿਟੀ ਨਾਲ ਹਰ ਗੱਲ ਮੰਨ ਲੈਣੀ। ਨਾਨਕ ਉਹਨਾਂ ਦੇ ਚਰਨ ਪੈਂਦਾ ਹੈ। ਨਾਨਕ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਮੈਂ ਉਹਨਾਂ ਦੇ ਚਰਨ ਪੈਂਦਾ ਹਾਂ, ਮੈਂ ਉਹਨਾਂ ਦੇ ਪੈਰੀ ਲੱਗਦਾ ਹਾਂ, ਮੈਂ ਕੁਰਬਾਨ ਹਾਂ ਉਹਨਾਂ ਦੀ ਜ਼ਿੰਦਗੀ ਚੋਂ, ਜਿਨ੍ਹਾਂ ਦੀ ਸਿੱਖ ਤੇ ਸਾਰਾ ਸੰਸਾਰ ਚੱਲਦਾ ਹੈ, ਜਿਹੜੇ ਉਸ ਪ੍ਰਮਾਤਮਾ ਦੇ ਅਤੀਮ ਭਗਤ ਹਨ, ਵਾਕਈ ਪਿਆਰ ਕਰਦੇ ਹਨ, ਉਸ ਸੰਸਾਰ ਨਾਲ ਪਿਆਰ ਕਰਦੇ ਹਨ, ਜਿਹੜੇ ਉਹਦੀ ਸ੍ਰਿਸ਼ਟੀ ਨਾਲ ਪਿਆਰ ਕਰਦੇ ਹਨ, ਜਿਹੜੀ ਸੇਵਾ ਵਿੱਚ ਲੱਗ ਕੇ ਆਪਣਾ ਦੂਸਰਿਆਂ ਦਾ ਜਨਮ ਸਵਾਰਦੇ ਹਨ, ਜਿਹੜੇ ਦੂਸਰਿਆਂ ਬਾਰੇ ਸੋਚਦੇ ਹਨ, ਆਪਣੇ ਬਾਰੇ ਨਹੀਂ ਸੋਚਦੇ ਖਾਲੀ। ਸੋ ਇਹ ਕਹਿ ਕੇ ਲਾਸਟ ਜਿਹੜੀਆਂ 4 ਲਾਈਨਸ ਹਨ, ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਵਿੱਚ ਮਹਾਰਾਜ ਸੋਲੂਸ਼ਨ ਦਿੰਦੇ ਹਨ ਇਸ਼ੂ ਦਾ। ਤੇ ਪਹਿਲੀਆਂ ਜਿਹੜੀਆਂ ਲਾਈਨਾਂ ਆਈਆਂ ਹਨ ਉਹਦੇ ਵਿੱਚ ਇਸ਼ੂ ਦੱਸਿਆ ਨੇ ਵੀ ਇਹ ਜਿਹੜੇ ਜਿਨ੍ਹਾਂ ਨੂੰ ਇਸ਼ੂ ਅਗਰ ਬਾਦਰ ਕਰ ਰਿਹਾ ਹੋਵੇ, ਤੁਹਾਡੇ 'ਚ ਹੋਣ ਪ੍ਰੋਬਲਮ, ਤੇ ਤੁਸੀਂ ਫਿਰ ਉਹਨਾਂ ਦੀ ਓਟ ਲਵੋ, ਜਿਨ੍ਹਾਂ ਦੀ ਨਾਨਕ ਓਟ ਲੈਣਾ ਚਾਹੁੰਦੇ ਹਨ। ਨਾਨਕ ਉਨ ਜਨ, ਜਿਨ੍ਹਾਂ ਦੀ ਉਹ ਚਰਨ ਪਕੜਨਾ ਚਾਹੁੰਦੇ ਹਨ, ਤੁਸੀਂ ਵੀ ਉਹਨਾਂ ਦੇ ਚਰਨ ਪਕੜੋ। ਸੋ ਬਾਟਮ ਲਾਈਨ ਉੱਥੇ ਗੱਲ ਆ ਜਾਂਦੀ ਹੈ ਕਿ ਇਹ ਜੁੜੇ ਹੋਇਆਂ ਦੀ ਸੰਗਤ ਵਿੱਚ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੈ, ਹੋਰ ਕੋਈ ਤਰੀਕਾ ਨਹੀਂ, ਹੋਰ ਕੋਈ ਚਾਰਾ ਨਹੀਂ। ਜੇ ਤੁਹਾਨੂੰ ਤੁਹਾਡੀ ਜੀਵਨ 'ਚ ਜੇ ਬੰਦੇ ਹਨ ਜਿਨ੍ਹਾਂ ਨੂੰ ਦੇਖਦਿਆਂ ਸਾਰ ਸੁਖਮਨੀ ਯਾਦ ਆਉਂਦੀ ਹੈ, ਜਿਨ੍ਹਾਂ ਨੂੰ ਦੇਖਦਿਆਂ ਸਾਰ ਕੀਰਤਨ ਯਾਦ ਆਉਂਦਾ ਹੈ, ਜਿਨ੍ਹਾਂ ਨੂੰ ਦੇਖਦਿਆਂ ਸਾਰ ਗੁਰਬਾਣੀ ਯਾਦ ਆਉਂਦੀ ਹੈ, ਉਹਨਾਂ ਦੀ ਸਿੱਖ ਤੇ ਸੰਸਾਰ ਚੱਲਦਾ ਹੈ। ਹਾਂਜੀ, ਤੇ ਜੇ ਉਹ ਜੇ ਬੰਦੇ ਤੁਹਾਡੀ ਲਾਈਫ ਵਿੱਚ ਨਹੀਂ ਹਨ, ਤੇ ਫਿਰ ਕਿਤਾਬਾਂ ਦੇ ਰਾਹੀਂ, ਗੁਰਬਾਣੀ ਦੇ ਰਾਹੀਂ ਉਹਨਾਂ ਨੂੰ ਪੜ੍ਹੋ ਤੇ ਉਹਨਾਂ ਬੰਦਿਆਂ ਦੇ ਨਜ਼ਦੀਕ ਪਹੁੰਚੋ। ਇਹ ਇਸ ਪੌੜੀ ਦਾ ਸਾਰ ਹੈ, ਇਸ ਅਸ਼ਪਦੀ, ਇਸ ਪਦੇ ਦਾ। So I'll give myself a break for a couple of minutes here and see if somebody has any questions, and then we will proceed further. Surinder ji, Anjio. I have one thing which I just wanted to bring it out. ਭਾਈ ਗੁਰਦਾਸ ਜੀ ਦੀ ਬਾਣੀ ਹੈ, ਜਿਹਦੇ ਚ ਜਿਹੜਾ ਸ਼ਬਦ ਹੈ, ਗਾਏ ਸੁਨੇ ਅੱਖੀ ਮੀਟੇ ਪਾਈਏ ਨਾ ਪਰਮ ਪਦ। If you remember, we talk a lot about that also. Right. ਉਹਦੇ ਅੰਦਰ ਵੀ, if you in the second paragraph of that, in the second stanza, it says, ਪੁੱਛਤ ਹੈ ਬੈਦ ਖਾਦ ਔਸ਼ਧ ਨਾ, ਸੰਜਮ ਸਹਿ ਕੈਸੇ ਮਿਟੇ ਰੋਗ, ਸੁਖ ਸਹਿਜ ਸਮਾਈਏ। ਠੀਕ ਹੈ ਨਾ? ਤੇ ਮਤਲਬ ਬੰਦਾ ਤੇ ਦਵਾਈ, ਤਬੀਅਤ ਨਹੀਂ ਠੀਕ, ਦਵਾਈ ਲੈਣ ਗਿਆ, ਦਵਾਈ ਲੈ ਲਈ, ਔਰ ਫਿਰ ਵੀ ਉਹਨੇ ਦਵਾਈ ਨਹੀਂ ਖਾਦੀ,
ਤੇ ਡੈਫੀਨਿਟਲੀ ਰੋਗ ਨਹੀਂ ਮਿਟੇਗਾ। ਮਗਰ ਉਹ ਦਵਾਈ ਖਾਏਗਾ, ਮਤਲਬ ਨਿਤ ਵਾਹਿਗੁਰੂ ਨੂੰ ਯਾਦ ਕਰੇਗਾ, ਕਰਦੇ ਕਰਦੇ ਉਹਦੀ ਜ਼ਿੰਦਗੀ 'ਚ ਆਪਣੇ ਆਪ ਚੇਂजेस ਆਉਣ ਲੱਗ ਪੈਣਗੇ। ਇਟ ਇਜ਼ ਨਾਟ ਐਨ ਓਵਰਨਾਈਟ ਥਿੰਗ। ਜੇ ਸੱਚਾ ਪਿਆਰ ਕਰਦਾ ਹੈ ਤੇ ਡੈਫੀਨਿਟਲੀ ਚੇਂजेस ਆਣਗੇ। ਡੈਫੀਨਿਟਲੀ ਸੱਚਾ ਪਿਆਰ ਤਦ ਹੀ ਹੋਏਗਾ ਜਦ ਉਹ ਯਾਦ ਕਰਦਾ ਰਹੇਗਾ, ਆਪਣੇ ਆਪ ਮਨ ਨੂੰ ਪਿਆਰ ਉਮੜਨ ਲੱਗ ਪੈਂਦਾ। ਬਿਲਕੁਲ। ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਅੰਦਰੋਂ ਪਿਆਰ ਉਮੜਦਾ ਹੈ, ਧੰਨ ਹਨ ਜਿਨ੍ਹਾਂ ਦੇ ਅੰਦਰੋਂ ਪਿਆਰ ਉਮੜਦਾ ਹੈ, ਧੰਨ ਹਨ ਉਹ ਰੂਹਾਂ ਜਿਨ੍ਹਾਂ ਨੂੰ ਪ੍ਰਮਾਤਮਾ ਇਹ ਬਖਸ਼ਿਸ਼ ਕਰਦਾ ਹੈ, ਜਿਨ੍ਹਾਂ ਤੇ ਜਿਹੜੇ ਉਸ ਨੂੰ ਬਾਰ-ਬਾਰ ਯਾਦ ਕਰਕੇ ਸਲਾਹੁੰਦੇ ਹਨ ਜਿਹੜੇ। ਔਰ ਮੈਂ ਦੱਸਾਂ ਸਿਰਫ ਸਲਾਹ ਵਿੱਚ ਹੀ ਸਭ ਕੁਝ ਹੈ। ਔਰ ਇਹ ਜਪਜੀ ਵਿੱਚ ਹੀ ਬਾਰ-ਬਾਰ ਕਿਹਾ ਨੇ ਇਸ ਬਾਰੇ ਕਿ ਉਹ ਨਾ ਵਿਸਰੇ ਮੈਨੂੰ, ਉਹ ਤੂੰ ਭੁੱਲੇ ਨਾ ਮੈਨੂੰ ਕਿਸੇ ਵੀ ਤਰੀਕੇ ਨਾਲ, ਤੂੰ ਯਾਦ ਰਹੇ ਮੈਨੂੰ ਹਮੇਸ਼ਾ। ਧੰਨ ਹਨ ਜਿਹੜੇ ਯਾਦ ਕਰਦੇ ਹਨ ਬਾਰ-ਬਾਰ ਹਰ ਸਵਾਸ ਉਸ ਨੂੰ। ਬਹੁਤ ਕਿਸਮਤ ਵਾਲੇ ਹਨ, ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਉਹ ਪਰਮੇਸ਼ਰ, ਜਿਨ੍ਹਾਂ ਨੂੰ ਹਰ ਸਵਾਸ ਚੇਤੇ ਆਉਂਦਾ ਹੈ, ਜਿਨ੍ਹਾਂ ਨੂੰ ਉਹ ਉਸ ਸ਼ੁਕਰ ਵਿੱਚ ਰਹਿੰਦੇ ਹਨ। ਤੇ ਜਿਹੜੇ ਰਹਿੰਦੇ ਹਨ ਧੰਨ ਹਨ। ਔਰ ਧੰਨਤਾ ਯੋਗ ਹੈ ਉਹਨਾਂ ਦੀ ਜ਼ਿੰਦਗੀ ਜਿਨ੍ਹਾਂ ਤੇ ਸੰਸਾਰ ਚੱਲਦਾ ਹੈ। ਔਰ ਉਹਨਾਂ ਦੀ ਬਦੌਲਤ ਅੱਜ ਬੈਠੇ ਹੋਏ, ਉਹਨਾਂ ਦੀ ਬਦੌਲਤ ਅੱਜ ਸਾਰਾ ਸੰਸਾਰ, ਇਹ ਜਗ ਸੱਚੇ ਕੀ ਹੈ ਕੋਠੜੀ ਹੈ, ਸੱਚੇ ਕਾ ਵਿਸ਼ਵਾਸ ਸੇ, ਇਹ ਉਸ ਸੱਚੇ ਦੀ ਬਦੌਲਤ ਸਾਰਾ ਕੁਝ ਹੈ। ਧੰਨ ਹਨ ਜਿਹੜੇ ਕਰਦੇ ਹਨ, ਧੰਨ ਹਨ ਜਿਹੜੇ ਉਹਨੂੰ ਯਾਦ ਕਰਦੇ ਹਨ ਬਾਰ-ਬਾਰ। ਤੇ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਪ੍ਰੇਰਣਾ ਹੈ ਇੱਥੇ ਕਿ ਤੁਸੀਂ ਵੀ ਯਾਦ ਕਰੋ। ਤੇ ਯਾਦ ਵਿੱਚ ਹੀ ਸਭ ਕੁਝ ਹੈ, ਸੱਚੀ ਯਾਦ ਵਿੱਚ। ਤੇ ਸੱਚੇ ਯਾਦ ਕਰਨ ਵਾਲਿਆਂ ਦੀ ਫਿਰ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਬੜੇ ਜਿਹੜੇ ਗੁਣ ਜਿਹੜੇ ਹਨ, ਉਹ ਫਿਰ ਜਿਹੜੇ ਆਡੀਅנס ਹਨ ਉਹਨਾਂ ਦੇ ਉਹ ਗੁਣ ਜਿਹੜੇ ਹਨ ਉਹਨਾਂ ਆਡੀਅנס ਵਿੱਚ ਆਣੇ ਸ਼ੁਰੂ ਹੋ ਜਾਂਦੇ ਹਨ ਬਾਰ-ਬਾਰ ਸੁਣਨ ਨਾਲ, ਬਾਰ-ਬਾਰ ਕਰਨ ਨਾਲ। ਉਹ ਬਾਰ-ਬਾਰ ਪਰ ਵਾਕਈ ਧੰਨਤਾ ਯੋਗ ਹਨ ਉਹ ਜਿਨ੍ਹਾਂ ਨੂੰ ਪ੍ਰਮਾਤਮਾ ਹਰ ਸਵਾਸ ਯਾਦ ਆਉਂਦਾ ਹੈ। ਧੰਨਤਾ ਯੋਗ ਘੱਟ ਹਨ ਦੁਨੀਆ 'ਚ ਇਹੋ ਜਿਹੇ। We just want to say one little thing. ਕਿ ਪਰਮਾਤਮਾ ਦੀ ਮਿਹਰ, the grace, we always talk about that, ਕਿ ਕਿੰਨਾ ਤੇ ਉਹ ਨਜ਼ਰੀ ਹੁੰਦੀ ਹੈ। Another way of thinking about it ਕਿ ਪਰਮਾਤਮਾ ਦੀ ਮਿਹਰ ਤਾਂ ਸਭ ਤੇ ਹੋ ਰਹੀ ਹੈ, ਹਰ ਤੇ ਹੋ ਰਹੀ ਹੈ। ਇਹ ਤੁਹਾਨੂੰ ਸਮਝ ਆਏ ਵੀ ਉਹਦੀ ਮਿਹਰ ਹੋ ਰਹੀ ਹੈ ਤੁਹਾਡੇ ਤੇ, ਤੁਹਾਨੂੰ ਇੰਨਾ ਸਮਝ ਆਏ ਵੀ ਉਸ ਦੀ ਮਿਹਰ ਨਾਲ ਹੋ ਰਿਹਾ, ਮਿਹਰ ਤਾਂ ਸਭ ਤੇ ਹੋ ਰਹੀ। ਜਦੋਂ ਤੁਸੀਂ ਇਸ ਗੱਲ ਨੂੰ ਸਮਝ ਜਾਓ ਤੇ ਤੁਹਾਡੇ ਤੇ ਹੋਰ ਮਿਹਰ ਹੋ ਰਹੀ ਹੈ, ਤੁਹਾਨੂੰ ਪਤਾ ਲੱਗ ਜਾਂਦਾ ਇਸ ਚੀਜ਼ ਦਾ। ਪਰ ਮਿਹਰ ਤੇ ਉਹਦੀ ਸਭ ਤੇ ਹੋ ਰਹੀ ਹੈ। ਸੂਰਜ ਦੀਆਂ ਕਿਰਨਾਂ ਨੇ ਸਭ ਨੂੰ ਆ ਰਹੀਆਂ ਨੇ, ਤੁਸੀਂ ਭਾਵੇਂ ਦਰਵਾਜ਼ਾ ਬੰਦ ਕਰਕੇ ਬੈਠ। ਬਿਲਕੁਲ ਠੀਕ ਹੈ। ਕਈਆਂ ਤੇ ਇਹ ਹੈ ਕਿ ਕਈਆਂ ਤੇ ਮਿਹਰ, I'm going to take one step further though, ਕਈਆਂ ਤੇ ਮਿਹਰ ਜਿਹੜੀ ਹੈ ਉਹਦੀ, ਜਿਹੜੇ ਸਟੂਡੈਂਟ ਜਿਹੜੇ ਬੈਟਰ ਹੁੰਦੇ ਹਨ, ਜਿਹੜੇ ਫਿਰ ਟੀਚਰ ਦੀ ਮਿਹਰ ਉਹਨਾਂ ਤੇ ਕਈ ਸਟੂਡੈਂਟ ਸੇ ਜ਼ਿਆਦਾ ਹੁੰਦੀ ਹੈ। ਕਈਆਂ ਸੂਰਜ ਦੀਆਂ ਕਿਰਨਾਂ ਸਭ ਤੇ ਪੈਂਦੀਆਂ ਹਨ, ਪਰ ਕੀਰਤਨ ਦੀਆਂ ਕਿਰਨਾਂ ਕਿਸੇ ਚ ਪੈਂਦੀਆਂ ਹਨ, ਹੈ ਨਾ। ਮਰਨ ਤੋਂ ਪਹਿਲੇ, ਜਾਣ ਤੋਂ ਪਹਿਲੇ ਕੋਈ ਉਹਦੇ ਜ਼ਿਆਦਾ ਗੁਣ ਗਾਉਂਦਾ ਹੈ, ਉਹਦੇ ਕੋਈ ਘੱਟ ਗੁਣ ਗਾਉਂਦਾ। ਇਹ ਵੀ ਅੱਗੇ ਜਾ ਕੇ ਇਹੀ ਜੋ ਵੀਰ ਜੀ ਕਹਿ ਰਹੇ ਹਨ ਉਹਦਾ ਜਵਾਬ ਜੋ ਮੈਂ ਅੱਗੇ ਇੱਕ ਸਟੈਪ ਅੱਗੇ ਲੈ ਕੇ ਗਿਆ, ਅੱਗੇ ਜਾ ਕੇ ਇਸੀ ਗੱਲ ਦਾ ਹੀ ਅੱਗੇ ਜਾ ਕੇ ਗੱਲ ਕਰਨਗੇ ਕਿ ਕਿਸੇ ਦੂਰ ਜਨਾਵਤ, ਕਿਸੇ ਕਈਆਂ ਨੂੰ ਨੇੜੇ ਤੇ ਕਈਆਂ ਨੂੰ ਦੂਰ, ਇਹ ਕਿਸੇ ਦੂਰ ਜਨਾਵਤ, ਕਿਸੇ ਬੁਝਾਵਤ ਨੇਰਾ, ਇਹ ਉਹਦੀ ਮਿਹਰ ਹੈ। ਕਈ ਦੂਰ ਰਹਿ ਜਾਂਦੇ ਨੇ, ਕਈ ਨੇੜੇ ਆ ਜਾਂਦੇ ਨੇ, ਕਈ ਇੱਕ ਘਰ 'ਚ ਪੈਦਾ ਹੁੰਦੇ ਨੇ। ਪ੍ਰਿਥਿਆ ਵੀ ਉੱਥੇ ਹੀ ਪੈਦਾ ਹੋਇਆ ਜਿੱਥੇ ਗੋਇੰਦੇ ਮਹਾਰਾਜ ਪੈਦਾ ਹੋਏ, ਹਾਂਜੀ। ਉਸੀ ਮਾਂ ਦੇ ਕੁੱਖ 'ਚੋਂ ਨਿਕਲੇ, ਉਸੇ ਘਰ ਵਿੱਚ ਰਹੇ। ਪਿਤਾ ਗੁਰੂ ਵੀ ਸੇਮ ਹਨ, ਲੇਕਿਨ ਇੱਕ ਕਿੱਥੇ ਹੈ, ਦੂਸਰਾ ਕਿੱਥੇ ਹੈ, ਸੋ ਮਿਹਰ ਸਾਰਿਆਂ ਤੇ ਹੈ, ਪਰ ਜਿਨ੍ਹਾਂ ਤੇ ਬਹੁਤੀ ਮਿਹਰ ਹੈ ਉਹਨਾਂ ਨੂੰ ਫਿਰ ਨਾਮ ਦੀ ਜਿਹੜੀ ਇਹ ਦਾਤ, ਜਿਹੜੀ ਸਪੈਸ਼ਲ ਜਿਹੜੀ ਦਾਤ ਹੈ ਨਾਮ ਦੀ, ਉਹ ਉਸ ਨੂੰ ਪ੍ਰਾਪਤ ਹੁੰਦੀ ਹੈ। ਲੇਕਿਨ ਮਿਹਰ ਉਹਦੀ ਸਾਰਿਆਂ ਤੇ ਹੈ, ਪਰ ਫਿਰ ਵੀ ਕਰਮ ਆਪਣੇ ਆਪਣੇ ਹਨ, ਆਪਣੇ ਕਰਮਾਂ ਦੇ ਹਿਸਾਬ ਨਾਲ। ਹੁਣ ਤੁਸੀਂ ਇੱਕ ਗੱਲ ਦੇਖੋ ਕਿ ਇੱਕ ਬੰਦਾ ਬਹੁਤੀ ਸੇਵਾ ਕਰਦਾ ਹੋਵੇ, ਜਿਹਨੂੰ ਦੂਸਰਿਆਂ ਦਾ ਬੜਾ ਖਿਆਲ ਹੋਵੇ, ਹੈ ਨਾ, ਬੜਾ ਪਿਆਰਾ ਹੋਵੇ, ਆਪਣੀ ਘੱਟ ਆਪਣੀ ਜ਼ਿੰਦਗੀ ਨੂੰ ਘਸਾ ਕੇ ਦੂਸਰਿਆਂ ਦੀ ਜ਼ਿੰਦਗੀ ਬੈਟਰ ਕਰਨਾ ਚਾਹੁੰਦਾ ਹੋਵੇ, ਹੈ, ਉਹਦੇ ਉੱਤੇ ਆਬਵੀਅਸਲੀ ਉਸ ਬੰਦੇ ਦੇ ਅੰਦਰ ਉਹ ਦੈਵਿਕ ਗੁਣ ਅੰਦਰ ਹੋ ਜਾਣੇ ਦੀ ਪ੍ਰੋਬੇਬਿਲਿਟੀ ਹਾਇਰ ਹੈ। ਉਹਦੇ ਅੰਦਰ ਨਿਮਰਤਾ ਆ ਜਾਣੀ ਦੀ ਪ੍ਰੋਬੇਬਿਲਿਟੀ ਹਾਇਰ ਹੈ। ਉਹਦੇ ਅੰਦਰ ਫॉरगिवनेस ਵਾਲਾ ਗੁਣ ਆ ਜਾਣ ਦੀ ਪ੍ਰੋਬੇਬਿਲਿਟੀ ਹਾਇਰ ਹੈ। ਉਹਦੇ ਅੰਦਰ ਗ੍ਰੀਡ ਘਟ ਜਾਣ ਦੀ ਪ੍ਰੋਬੇਬਿਲਿਟੀ ਹਾਇਰ ਹੈ। ਸੋ ਤੁਸੀਂ ਆਪਣੀ ਪ੍ਰੋਬੇਬਿਲਿਟੀ ਵਧਾਣੀ ਹੈ ਤੇ ਪ੍ਰਮਾਤਮਾ ਨਾਲ ਸੱਚਾ ਨਿਹੋ ਪੈਦਾ ਕਰਨਾ ਹੈ, ਜਿਹੜੀ ਉਹਦੀ ਮਿਹਰ ਨਾਲ ਮਿਲਦਾ ਹੈ।
ਤੇ ਉਸ ਨੂੰ ਹਰ ਸਵਾਸ ਨਾਲ ਯਾਦ ਕਰਨਾ ਹੈ ਤੇ ਯਾਦ ਕਰਨ ਦੇ ਤਰੀਕੇ ਵੀ ਬੜੇ ਹਨ ਉਹ ਅਲੱਗ ਟੌਪਿਕ ਹੈ when we talk about it but ਅਗਲੀ ਵਿੱਚ ਪ੍ਰਮਾਤਮਾ ਦੀ ਉਸ ਹੁਣ ਜਿਹੜੀ ਗੱਲ ਕਰਨਗੇ ਹੁਣੇ ਗੱਲ ਕਰਨਗੇ ਜੇ ਉਸ ਨਾਲ ਸੱਚਾ ਪਿਆਰ ਕਰਨਾ ਹੈ ਤੇ ਫਿਰ ਉਹਦਾ ਸੇਵਕ ਬਣ ਉਹਦੀ ਗੱਲ ਸੁਣ ਤੂੰ ਜੋ ਕਹਿ ਰਹੇ ਉਹਦੀ ਗੱਲ ਤੇ ਫੋਕਸ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਕਰੋ ਦੇ ਉਗੜੇ ਨੂੰ ਔਕੜ ਹੈ ਫਸਟ ਪਰਸਨ ਸਿੰਗੂਲਰ ਮੈਂ ਬੇਨਤੀ ਕਰਦਾ ਹਾਂ ਕਰੋ ਬੇਨਤੀ ਮੈਂ ਕਰਦਾ ਹਾਂ ਬੇਨਤੀ ਪਾਰ ਬ੍ਰਹਮ ਸਭ ਜਾਣੇ ਉਹ ਪ੍ਰਮਾਤਮਾ ਜਿਹੜਾ ਸਭ ਕੁਝ ਜਾਣਨ ਵਾਲਾ ਹੈ ਉਹਦੇ ਅੱਗੇ ਮੈਂ ਬੇਨਤੀ ਕਰਦਾ ਹਾਂ ਜਿਹੜਾ ਸਭ ਦਾ ਜਾਣਨਹਾਰ ਹੈ ਆਪਣਾ ਕੀਆ ਆਪੇ ਮਾਨੇ ਦੇਖੋ ਕਿੰਨਾ ਮਹਾਨ ਹੈ ਉਹ ਕਿੰਨਾ ਵੱਡਾ ਹੈ ਸਭ ਕੁਝ ਉਹਦੇ ਬਣਾਏ ਹੋਏ ਹਨ ਆਪਣਾ ਕੀਆ ਮਤਲਬ everything is created by him ਅਸੀਂ ਸਾਰੇ ਚਲੇ ਚੱਲਣ ਵਾਲੇ ਹਾਂ ਚਾਬੀਆਂ ਦੇ ਕੇ ਮਤਲਬ we are created we are not creators ਪਰ ਇਤਨਾ ਕੁਝ ਹੋ ਕੇ ਵੀ ਸਾਰਾ ਕੁਝ ਉਹ ਕਰਨ ਕਰਾਉਣ ਵਾਲਾ ਆਪ ਹੋ ਕੇ ਵੀ ਆਪਣੇ ਜੀਵਾਂ ਨੂੰ ਜਿਨ੍ਹਾਂ ਨੂੰ ਉਸਨੇ ਥਾਪਿਆ ਹੈ ਉਹਨਾਂ ਨੂੰ ਕਿੰਨਾ ਮਾਣ ਦਿੰਦਾ ਹੈ ਹਾਲਾਂਕਿ ਮਾਣ ਤੇ ਉਸੇ ਦਾ ਹੈ ਜੇ ਕੋਈ ਪੜ੍ਹ ਲਿਖ ਜ਼ਿਆਦਾ ਜਾਏ ਡਾਕਟਰ ਬਣ ਜਾਏ ਕੋਈ ਇੰਜੀਨੀਅਰ ਬਣ ਜਾਏ ਕੁਝ ਵੀ ਬਣ ਜਾਏ ਪੈਸੇ ਵਾਲਾ ਬਣ ਜਾਏ ਗੁਰਬਾਣੀ ਦਾ ਜ਼ਿਆਦਾ ਨੌਲੇਜ ਆ ਜਾਏ ਮਿਊਜ਼ਿਕ ਬਾਰੇ ਜ਼ਿਆਦਾ ਨੌਲੇਜ ਆ ਜਾਏ ਉਸਨੂੰ ਕਿਸੇ ਵੀ ਤਰੀਕੇ ਦਾ ਮਾਣ ਉਹਨੂੰ ਪ੍ਰਾਪਤ ਹੋ ਜਾਏ ਉਸਨੂੰ ਗੁਣ ਉਹਦੇ ਚ ਆ ਜਾਣ ਅਗਰ ਤਾਂ ਵੀ ਇਹ ਗੁਣ ਉਹਦੇ ਨਹੀਂ ਹਨ ਗੁਣ ਮਾਲਕ ਦੇ ਗੁਣ ਹਨ ਜਿਹਦੇ ਦਿੱਤੇ ਹੋਏ ਹਨ ਪਰ ਫਿਰ ਵੀ ਉਹ ਕਿੰਨਾ ਵੱਡਾ ਮਹਾਨ ਹੈ ਦੇਖੋ ਸਭ ਨੂੰ ਬਣਾ ਕੇ ਸਭ ਨੂੰ ਕ੍ਰੀਏਟ ਕਰਕੇ ਵੀ ਜਿਹੜੇ ਮਾਣ ਜਿਹਨੂੰ ਮਾਣ ਉਹਦੇ ਆਪਣੇ ਸਨ ਇਹ ਮਾਣ ਉਹਦੀ ਵਜ੍ਹਾ ਨਾਲ ਕ੍ਰੀਏਟ ਹੋਏ ਹਨ ਫਿਰ ਵੀ ਉਹ ਇਤਨਾ ਦਿਆਲੂ ਹੈ ਪੁਰਖ ਮੇਰਾ ਉਹ ਸਭ ਨੂੰ ਮਾਣ ਬਖਸ਼ਦਾ ਹੈ ਉਹਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਮੇਰਾ ਮਾਣ ਹੈ ਤਾਂ ਜਿਹੜਾ ਟੀਚਰ ਜਿਹੜਾ ਉਹ ਸਮਝਦਾ ਸ਼ਾਇਦ ਮਾਣ ਮੇਰਾ ਹੈ ਪੜ੍ਹਿਆ ਲਿਖਿਆ ਸਮਝਦਾ ਕਿ ਮਿਹਨਤ ਮੇਰੀ ਹੈ ਹਾਂਜੀ ਜਿਹੜਾ ਉੱਤੇ ਪੈਸੇ ਜ਼ਿਆਦਾ ਕਮਾ ਲੈਂਦਾ ਸੋਚਦਾ ਕਿ ਇਹ ਮਿਹਨਤ ਮੇਰੀ ਹੈ ਮੇਰੇ ਉਸ ਨੂੰ ਮਾਣ ਦਿੰਦਾ ਹੈ ਮਾਣ ਉਹ ਬਖਸ਼ਦਾ ਹੈ ਲੇਕਿਨ ਜੇ ਚਾਹਦਾ ਤਾਂ ਮਾਣ ਨਾ ਬਖਸ਼ਦਾ ਲੇਕਿਨ ਨਹੀਂ ਉਹ ਦਿਆਲੂ ਪੁਰਖ ਹੈ ਆਪਣਾ ਕੀਆ ਆਪ ਕੀਤੇ ਹਨ ਆਪ ਬਣਾਉਂਦਾ ਹੈ ਸਾਰਿਆਂ ਨੂੰ ਆਪ ਕ੍ਰੀਏਟ ਕੀਤੇ ਹੋਏ ਹਨ ਪਰ ਕ੍ਰੀਏਟ ਕਰਕੇ ਵੀ ਉਹ ਵੱਡਾ ਪੁਰਖ ਬਹੁਤ ਦਿਆਲੂ ਹੈ ਆਪ ਕ੍ਰੀਏਟ ਕਰਕੇ ਵੀ ਦੂਸਰਿਆਂ ਨੂੰ ਮਾਣ ਦੇ ਦਿੰਦਾ ਹੈ ਲੇਕਿਨ ਉਹ ਮਾਣ ਦੇ ਕਾਬਿਲ ਨਹੀਂ ਹੋਵੇ ਮਾਣ ਸਾਰੇ ਉਸਦੇ ਹਨ ਮੈਂ ਉਸ ਬ੍ਰਹਮ ਅੱਗੇ ਬੇਨਤੀ ਕਰਦਾ ਹਾਂ ਕਿ ਆਪੇ ਆਪ ਕਰਤ ਨਿਬੇਰਾ ਤੁਹਾਡੇ ਕਰਮਾਂ ਦੇ ਹਿਸਾਬ ਦੇ ਨਾਲ ਤੁਹਾਡੀਆਂ ਡੀਡਸ ਦੇ ਹਿਸਾਬ ਦੇ ਨਾਲ ਇਹ ਨਾਮ ਵਾਲਾ ਸਿਸਟਮ ਚੱਲਦਾ ਹੈ ਜਿਹੜੇ ਆਪਣੇ ਆਪ ਚੱਲਦਾ ਨੇ ਸਭ ਕੁਝ ਆਪੇ ਆਪ ਹੈ ਇਹ ਆਪੇ ਆਪ ਵਾਲਾ ਸਿਸਟਮ ਹੈ ਇੱਥੇ ਇਸ ਸਿਸਟਮ ਇਹੋ ਜਿਹਾ ਬਣਿਆ ਹੋਇਆ ਹੈ ਇੱਕ ਕਿ ਤੁਹਾਡੇ ਕਰਮ ਜਿਹੜੇ ਹਨ ਤੁਹਾਡੀਆਂ ਡੀਡਸ ਜਿਹੜੀਆਂ ਹਨ ਉਹ ਆਪਣੇ ਆਪ ਡਿਕਟੇਟ ਕਰਦੀਆਂ ਨੇ ਵੀ ਅੱਗੇ ਕੀ ਹੋਏਗਾ ਤੁਹਾਡੇ ਨਾਲ ਆਪੇ ਆਪ ਕਰਤ ਨਿਬੇਰਾ ਆਪਣੇ ਆਪ ਨਿਬੇੜ ਲੈਂਦਾ ਹੈ ਨਾਨ ਆਪਣੇ ਆਪ ਨਾਲ ਭਾਵ ਜਿੱਥੇ ਕੋਈ ਬੰਦਾ ਬੁਰਾ ਕਰੀ ਜਾਏ ਉਹਦਾ ਵੀ ਰਿਜ਼ਲਟ ਆਣਗੇ ਉਹਦੇ ਇਹ ਨਹੀਂ ਹੈ ਕਿ ਉਹਦੇ ਕੁਝ ਹੋਏਗਾ ਨਹੀਂ ਉਸ ਬੰਦੇ ਨੂੰ ਤੇ ਕੋਈ ਬੰਦਾ ਚੰਗਾ ਕਰੀ ਜਾਏ ਕੋਈ ਦੂਸਰਿਆਂ ਦੇ ਅੱਗੇ ਲੱਗੇ ਸੇਵਾ ਬਹੁਤੀ ਕਰੇ ਪ੍ਰਮਾਤਮਾ ਨਾਲ ਬਹੁਤਾ ਪਿਆਰ ਕਰੇ ਉਹਦੇ ਵੀ ਫਲ ਲੱਗਣਗੇ ਉਸਨੂੰ ਫਲ ਲੱਗਣਗੇ ਫਲ ਲੱਗਣ ਚ ਟਾਈਮ ਲੱਗਦਾ ਹੈ ਪਰ ਫਲ ਲੱਗਦੇ ਹਨ ਜ਼ਰੂਰ ਆਪੇ ਆਪ ਕਰਤ ਨਿਬੇਰਾ ਆਸਾ ਕੀ ਵਾਰ ਵਿੱਚ ਵੀ ਇਸ ਬਾਰੇ ਡਿਸਕਸ਼ਨ ਆਈ ਹੈ ਕਿ ਨਾਨਕ ਜੰਤਿ ਉਪਾਏ ਕਹਿ ਲਿਖਨਾਵੇਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਕ ਕਢੇ ਜਜਮਾਲਿਆ ਤੇ ਥਾਉ ਨਾ ਪਾਏ ਨਾ ਕੁੜੀਆਰ ਉੱਥੇ ਵੀ ਗੱਲ ਇਹੀ ਕੀਤੀ ਨੇ ਵੀ ਇਹ ਜਿਹੜਾ ਸਿਸਟਮ ਜਿਹੜਾ ਐਸਟੈਬਲਿਸ਼ ਹੋਇਆ ਹੈ ਇਹ ਸਿਸਟਮ ਕੋਈ ਇਹੋ ਜਿਹਾ ਸਿਸਟਮ ਨਹੀਂ ਹੈ ਕੋਈ ਰੈਂਡਮਲੀ ਚੀਜ਼ਾਂ ਹੋ ਰਹੀਆਂ ਨੇ ਵਿੱਚ ਸਾਨੂੰ ਰੈਂਡਮ ਲੱਗਦੀਆਂ ਹਨ ਹੈ ਰੈਂਡਮ ਨਹੀਂ ਹੈ ਹਰ ਚੀਜ਼ ਪਿੱਛੇ ਰੀਜ਼ਨ ਹੈ ਸਾਡੇ ਮਨ ਚ ਨਹੀਂ ਆਉਂਦਾ ਸਾਡੇ ਵਿਚਾਰਾਂ ਚ ਨਹੀਂ ਆ ਸਕਦਾ ਉਹ ਆਪੇ ਆਪ ਕਰਤ ਨਿਬੇੜਾ ਉਹ ਆਪਣੇ ਆਪ ਨਾਲ ਆਪ ਹੀ ਭਾਵ ਨਾਮ ਦੇ ਰੂਲ ਦੇ ਹਿਸਾਬ ਦੇ ਨਾਲ ਹਰ ਡਿਸੀਜਨ ਜਿਹੜੇ ਲਿੱਤੇ ਜਾ ਰਹੇ ਹਨ ਕਿਸੇ ਦੂਰ ਜਨਾਵਤ ਤੇ ਕਿਸੇ ਬੁਝਾਵਤ ਨੇੜਾ ਕਈਆਂ ਨੂੰ ਦੂਰ ਹਨ ਕਈ ਪ੍ਰਮਾਤਮਾ ਤੋਂ ਦੂਰ ਹਨ ਤੇ ਕਈ ਪ੍ਰਮਾਤਮਾ ਤੋਂ ਨੇੜੇ ਹੈ ਇਹ ਕਰਮੀ ਆਪੋ ਆਪਣੀ ਹੈ ਤੇ ਰੋਜ਼ ਪੜ੍ਹਦੇ ਹਾਂ ਉਹ ਸ਼ਲੋਕ ਜਿਹੜਾ ਜਪਜੀ ਵਾਲਾ ਐਂਡ ਵਾਲਾ ਪੜ੍ਹਦੇ ਹਾਂ ਨਾ ਅਸੀਂ ਮਾਤਾ ਧਰਤ ਮਾਤ ਵਾਲਾ ਉੱਥੇ ਵੀ ਕਰਮੀ ਆਪੋ ਆਪਣੀ ਹੈ ਕੋਈ ਨੇੜੇ ਤੇ ਦੂਰ ਦੀ ਨੇੜੇ ਕੌਣ ਨੇੜੇ ਹੈ ਉਹਦੇ ਤੇ ਕੌਣ ਦੂਰ ਹੈ ਉਹਦੇ ਤੁਸੀਂ ਇਹ ਉਹ ਨਹੀਂ ਹੈ ਕਿ ਉਹ ਚੁਣ ਲੈਂਦਾ ਰੈਂਡਮਲੀ ਕਿ ਐਕਸ ਨੇੜੇ ਹੋ ਜਾਏਗਾ ਤੇ ਵਾਈ ਦੂਰ ਹੋ ਜਾਏਗਾ ਇਹ ਤੁਹਾਡੇ ਕਰਮਾਂ ਦੇ
ਡਿਪੈਂਡ ਕਰਦਾ ਹੈ। ਤੁਸੀਂ ਕਿਤਨੇ ਕੋ ਤੁਸੀਂ ਕੀ ਕਰਦੇ ਹੋ ਉਹਦੇ ਉੱਤੇ ਡਿਪੈਂਡ ਕਰਦਾ ਹੈ। ਅੰਦਰ ਤੁਹਾਡੇ ਕੀ ਚੱਲਦਾ ਪਿਆ ਹੈ, ਅੰਦਰ ਵਾਕਈ ਤੁਹਾਡੇ ਅੰਦਰ ਨਿਉ ਹੈ ਤੁਹਾਡੇ ਪ੍ਰਮਾਤਮਾ ਦਾ ਮਿਲਣ ਦਾ ਚਾਅ ਹੈ ਕਿ ਨਹੀਂ, ਕਿ ਉੱਪਰੋਂ ਦਿਖਾਵਾ ਹੈ ਖਾਲੀ ਤੁਹਾਡਾ। ਤੇ ਜਿਨ੍ਹਾਂ ਦੀ ਜ਼ਿੰਦਗੀ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਰਗੀ ਜਿਨ੍ਹਾਂ ਦੀ ਜ਼ਿੰਦਗੀ ਹੁੰਦੀ ਹੈ, ਜਿਨ੍ਹਾਂ ਦੀ ਮੈਂ ਗੱਲ ਸ਼ੁਰੂ ਕੀਤੀ ਹੈ ਤੇ ਸ਼ਲੋਕ ਦੀ ਵਿਆਖਿਆ ਵਿੱਚ let's talk about that, the reason behind why we always ਇਹ ਸ਼ਲੋਕ ਬਾਰ-ਬਾਰ ਰਿਪੀਟ ਹੁੰਦਾ ਹੈ, ਚਾਹੇ ਕੋਈ ਜਿਹੜਾ ਮਰਜ਼ੀ ਕੀਰਤਨ ਦਾ ਪ੍ਰੋਗਰਾਮ ਹੋਵੇ ਜਾਂ ਕੋਈ ਵੀ ਚੌਕੀ ਹੋਵੇ, ਇਸ ਸ਼ਬਦ ਨਾਲ ਐਂਡ ਕਰਦੇ ਆ। ਕਿਉਂ ਹੈ ਇਸ ਗੱਲ ਦੀ? ਕਿਉਂਕਿ ਸਿੱਖੀ ਦੀ ਬੁਨਿਆਦ ਇਸ ਸ਼ਲੋਕ ਵਿੱਚ ਮਹਾਰਾਜ ਨੇ ਪਾਈ ਉੱਥੇ ਕਿ ਤੇਰੀ ਪਵਨ ਭਾਵ ਜਿਹੜੇ ਸਵਾਸ ਜਿਹੜੇ ਹਨ ਤੇਰੇ ਜਾਂ ਆਵਾਜ਼ ਤੇਰੀ ਹੈ, ਪਵਨ ਆਵਾਜ਼ ਨੂੰ ਵੀ ਕਿਹਾ ਗਿਆ, ਪਵਨ ਪ੍ਰਾਣਾ ਨੂੰ ਵੀ ਕਿਹਾ ਗਿਆ ਹੈ। ਤੇ ਇਹ ਜਿਹੜੇ ਸਵਾਸ ਜਿਹੜੇ ਲੈਂਦਾ ਹੈ ਤੂੰ ਜਾਂ ਤੇਰੀ ਆਵਾਜ਼ ਜਿਹੜੀ ਆਂਦੀ ਹੈ, ਜਿਹੜੀ ਪਵਨ ਜਿਹੜੇ ਹਨ, ਇਹ ਪਵਨ ਗੁਰੂ ਹੋਵੇ। ਪਵਨ ਗੁਰੂ ਤੇ ਕਿਉਂ ਗੁਰੂ ਹੋਵੇ? ਕਿ ਜਿਸ ਤਰ੍ਹਾਂ ਪਵਨ ਬਿਨਾ ਜਾਂ ਪ੍ਰਾਣਾ ਬਿਨਾ ਤੂੰ ਜੀ ਨਾ ਸਕੇ, ਮਰ ਜਾਏ ਇੱਕ ਸੈਕਿੰਡ ਵਿੱਚ, ਤੇਰਾ ਸਵਾਸ ਨਾ ਚੱਲਣ ਤੇ ਤੂੰ ਢਾਏ ਗਿਰ ਕੇ ਮਰ ਜਾਏ, ਇਸੀ ਤਰ੍ਹਾਂ ਗੁਰੂ ਤੇਰੇ ਅੰਦਰ, ਗੁਰੂ ਦੀ ਅਵਸਥਾ ਤੇਰੇ ਅੰਦਰ ਉਵੇਂ ਹੋਵੇ ਜਿਸ ਤਰ੍ਹਾਂ ਪਵਨ ਦੀ ਹੁੰਦੀ ਹੈ। ਜਿਸ ਤਰ੍ਹਾਂ ਪਵਨ ਦੇ ਬਿਨਾ ਇਨਸਾਨ ਮਰ ਜਾਂਦਾ ਹੈ, ਜਿਹੜਾ ਪਵਨ ਬਿਨਾ ਜੀ ਨਹੀਂ ਸਕਦਾ, ਪਵਨ ਉਹਦੇ ਪ੍ਰਾਣ ਆਧਾਰ ਹਨ। ਜਿਹੜੇ ਪਵਨ ਪ੍ਰਾਣਾ ਤੋਂ ਬਿਨਾ ਇਨਸਾਨ ਦੀ ਕੋਈ ਜ਼ਿੰਦਗੀ ਨਾ ਹੋਵੇ। ਹੇ ਮੇਰੇ ਦਾਤਾ, ਜੇ ਮੇਰੇ ਤੇ ਕਿਰਪਾ ਕਰ ਦਿਓ ਤੁਸੀਂ, ਮੈਨੂੰ ਵੀ ਤੁਸੀਂ ਪਵਨ ਗੁਰੂ, ਮੇਰੇ ਵਾਸਤੇ ਗੁਰੂ ਦੀ ਅਵਸਥਾ ਉਹ ਪੈਦਾ ਕਰ ਦਿਓ ਜਿਹੜੀ ਪਵਨ ਨੂੰ ਦਿੱਤੀ ਨੇ ਤੁਸੀਂ। ਜਿਸ ਤਰ੍ਹਾਂ ਪਵਨ ਤੋਂ ਬਿਨਾ ਕੋਈ ਜੀ ਨਾ ਸਕੇ, ਹੇ ਮੇਰੇ ਦਾਤਾ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਇਹੋ ਜਿਹੀ ਅਵਸਥਾ ਬਖਸ਼ ਦਿਓ, ਮੈਨੂੰ ਪਵਨ ਨੂੰ ਗੁਰੂ ਬਣਾ ਦਿਓ ਮੇਰੇ ਵਾਸਤੇ। ਨਾ ਹੋਵੇ ਕੋਲ, ਨਾ ਹੋਵੇ ਗੁਰਬਾਣੀ, ਨਾ ਹੋਵੇ ਕੀਰਤਨ, ਤੇ ਮੈਂ ਜੀ ਨਾ ਸਕਾਂ, ਮਰ ਜਾਵਾਂ ਉਹਦੇ ਬਿਨਾ। ਬਾਣੀ ਬੜੀ ਜ਼ਿਕਰ ਆਇਆ ਹੈ ਕਿ ਉਸ ਤੋਂ ਬਿਨਾ ਮੈਂ ਮਰ ਜਾਵਾਂਗਾ, ਮੈਂ ਨਹੀਂ ਜੀ ਸਕਦਾ। ਬੜੀਆਂ ਐਗਜ਼ਾਮਪਲ ਆਈਆਂ, ਮੱਛੀ ਦੀ ਐਗਜ਼ਾਮਪਲ ਆਈ ਹੈ ਬੜੀਆਂ, ਜਿਸ ਤਰ੍ਹਾਂ ਮੱਛੀ ਪਾਣੀ ਬਿਨਾ ਨਹੀਂ ਰਹਿ ਸਕਦੀ, ਉਸ ਤਰ੍ਹਾਂ ਮੈਂ ਨਹੀਂ ਰਹਿ ਸਕਦਾ। ਪਵਨ ਗੁਰੂ ਵਿੱਚ ਹੀ ਸੇਮ ਐਗਜ਼ਾਮਪਲ ਹੈ। ਤੇ ਹੇ ਮੇਰੇ ਦਾਤਾ, ਜਿਸ ਤਰ੍ਹਾਂ ਪਵਨ ਨੂੰ ਗੁਰੂ ਬਣਾਇਆ ਹੈ, ਪਾਣੀ ਨੂੰ ਪਿਤਾ ਬਣਾਓ ਮੇਰਾ, ਪਾਣੀ ਦੇ ਗੁਣ ਮੇਰੇ ਅੰਦਰ ਲੈ ਕੇ ਆਓ। ਜਿਸ ਤਰ੍ਹਾਂ ਪਾਣੀ ਨਿਵਾਣ ਨੂੰ ਚਲਦਾ ਹੈ, ਥੱਲੇ ਜਾਂਦਾ ਹੈ, ਮੇਰੇ ਹੇ ਦਾਤਾ ਮੇਰੇ ਵਿੱਚ ਨਿਮਰਤਾ ਦਾ, ਮੇਰੇ ਤੇ ਨਿਮਰਤਾ ਦੇ ਗੁਣ ਦਿਓ, ਮੈਨੂੰ ਨਿਮਰਤਾ ਬਖਸ਼ ਦਿਓ ਤੁਸੀਂ ਮੈਨੂੰ। ਹੇ ਦਾਤਾ, ਪਾਣੀ ਵਿੱਚ ਇੱਕ ਹੋਰ ਬੜਾ ਵੱਡਾ ਗੁਣ ਹੈ, ਇਹ ਆਪਣੀ ਪਰਵਾਹ ਨਹੀਂ ਕਰਦਾ, ਆਪ ਗੰਦਾ ਹੋ ਜਾਂਦਾ ਹੈ, ਦੂਸਰੇ ਨੂੰ ਧੋ ਦਿੰਦਾ ਹੈ। ਆਪ ਗੰਦਾ ਹੋਣਿਆ 2 ਮਿੰਟ ਨਹੀਂ ਲਗਾਉਂਦਾ, ਦੂਸਰੇ ਦੀ ਬੜੀ ਫਿਕਰ ਹੈ ਇਸ ਨੂੰ। ਗੰਦੀ ਤੋਂ ਗੰਦੀ ਜਗ੍ਹਾ ਜਾਣ ਵਿੱਚ ਹੀ ਸਵੱਛ ਤੋਂ ਸਵੱਛ ਪਾਣੀ ਪ੍ਰਵਾਹ ਨਹੀਂ ਕਰਦਾ। ਦਾਤਾ, ਮੇਰੀ ਜ਼ਿੰਦਗੀ ਵਿੱਚ ਵੀ ਸੇਵਾ ਦਾ ਉਹ ਸਥਾਨ ਬਖਸ਼ ਦਿਓ ਤੁਸੀਂ ਮੈਨੂੰ। ਹੇ ਮੇਰੇ ਗੁਰੂ, ਤੁਸੀਂ ਮੈਨੂੰ ਇਹ ਪਾਣੀ ਆਪਣਾ ਰੰਗ ਬਦਲ ਦਿੰਦਾ ਹੈ ਦੂਸਰਿਆਂ ਨੂੰ ਮਿਲਾਉਣ ਵਾਸਤੇ। ਲਾਲ ਮਿਲਾਏ ਤੇ ਲਾਲ ਹੋ ਜਾਂਦਾ ਹੈ, ਪੀਲਾ ਮਿਲਾਏ ਤੇ ਪੀਲਾ ਹੋ ਜਾਂਦਾ ਹੈ। ਮੇਰੇ ਦਾਤਾ, ਮੇਰੇ ਤੇ ਕਿਰਪਾ ਕਰੋ, ਮੈਂ ਕਿਸੇ ਨੂੰ ਵਿਤਕਰਾ ਨਾ ਕਰਾਂ ਕਿਸੇ ਨਾਲ। ਜੇ ਕੋਈ ਮੇਰੇ ਨਾਲ ਮਿਲਣਾ ਚਾਹੇ, ਮੈਂ ਬਦਲ ਜਾਵਾਂਗਾ ਉਹਦੇ ਵਾਸਤੇ, ਮੈਂ ਕੰਪਰੋਮਾਈਜ਼ ਕਰਨ ਨੂੰ ਤਿਆਰ ਹਾਂ। ਪ੍ਰਮਾਤਮਾ ਦੇ ਭਗਤ ਸਾਰੇ ਹਨ, ਮੈਨੂੰ ਪਾਣੀ ਵਾਲੇ ਗੁਣ ਦੇ ਦਿਓ, ਮੈਨੂੰ ਪਵਨ ਦੀ ਜਗ੍ਹਾ ਮੇਰੇ ਪ੍ਰਾਣ ਬਣਾ ਦਿਓ, ਮੇਰੇ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਹਤ। ਤੇ ਮਾਂ ਦਾ ਹਿਰਦਾ ਬੜਾ ਵਿਸ਼ਾਲ ਹੁੰਦਾ ਹੈ। ਮਾਂ ਦੇ ਹਿਰਦੇ 'ਚ ਚਾਹੇ ਉਹ ਜੋ ਮਰਜ਼ੀ ਪਿਆਰ ਕਰੇ, ਜਿਸ ਤਰ੍ਹਾਂ ਮਰਜ਼ੀ ਉਹਨੂੰ ਟ੍ਰੀਟ ਕਰੇ, ਉਹਦਾ ਪਿਆਰ ਘਟਦਾ ਨਹੀਂ ਹੈ ਉਹਦੇ ਨਾਲ। ਬੜੀ ਮਹੱਤਵ ਹੈ, ਬੜਾ ਉੱਚੀ ਹੈ ਮਾਂ ਦਾ ਹਿਰਦਾ। ਔਰ ਅੱਗੇ ਜਾ ਕੇ ਇਹ ਮਹੱਤ ਦੀ ਗੱਲ ਬ੍ਰਹਮ ਗਿਆਨੀ ਵਾਲੀ ਅਸ਼ਪਦੀ ਵਿੱਚ ਹੀ ਆਏਗੀ। ਕੋਈ ਖੋਜੇ ਕੋ ਚੰਦਨ ਲੇਪ ਵਾਲੀ ਜਦੋਂ ਗੱਲ ਆਏਗੀ, ਉੱਥੇ ਵੀ ਮਾਤਾ ਧਰਤ ਮਹਤ ਵਾਲੀ ਐਗਜ਼ਾਮਪਲ ਦਿੱਤੀ ਨੇ ਉੱਥੇ ਜਾ ਕੇ। ਮੇਰਾ ਹਿਰਦਾ ਇਹੋ ਜਿਹਾ ਬਣਾਓ ਤੁਸੀਂ, ਮੇਰਾ ਵਿਸ਼ਾਲ ਹਿਰਦਾ ਹੋਵੇ। ਮਾਤਾ ਧਰਤ ਮਹਤ, ਧਰਤੀ ਵਾਲਾ ਹਿਰਦਾ ਬਜਾਓ। ਚਾਹੇ ਉਹ ਕੋਈ ਜੋ ਮਰਜ਼ੀ ਮੇਰੇ ਨਾਲ ਕੋਈ ਕਰੇ, ਹੈ ਭਾਵਨਾ ਮੇਰੇ ਚ ਅੰਦਰ ਘ੍ਰਿਣਾ ਨਾ ਪੈਦਾ ਕਰਨ ਦਿਓ, ਨਾ ਹੇਟ ਪੈਦਾ ਕਰਨ ਦਿਓ ਉਹਦੇ ਅੰਦਰ। ਸਿੱਖ ਦੀ ਜ਼ਿੰਦਗੀ ਨਿਮਾਣ ਪਾਣੀ ਵਰਗੀ ਚੱਲੇ, ਨਿਮਰਤਾ ਵਾਲਾ ਜੀਵਨ ਬਖਸ਼ੋ ਮੈਨੂੰ। ਪ੍ਰਾਣ ਮੇਰੇ ਗੁਰੂ ਹੋਵਣ ਜੀ, ਮੇਰੇ ਤੁਹਾਡੇ ਤੋਂ ਬਿਨਾਂ ਜੀ ਨਾ ਸਕਾਂ ਜੀ ਮੈਂ। ਮਾਤਾ ਧਰਤ ਮਹਤ ਵਾਲੀ ਬਖਸ਼ਾ ਪੈਦਾ ਕਰੋ ਮੇਰੇ ਅੰਦਰ ਚਾਹੇ ਘ੍ਰਿਣਾ ਕਿਸੇ ਦੇ ਅੰਦਰ ਨਾ ਹੋਵੇ, ਹਰ ਇੱਕ ਨਾਲ ਪਿਆਰ ਕਰਾਂ, ਇਹੋ ਜੀ ਮੇਰੇ ਅੰਦਰ ਭਾਵਨਾ ਪੈਦਾ ਕਰੋ ਜੀ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੇ ਦਿਵਸ ਰਾਤ ਦੋਈ ਦਾਈ ਦਾਇਆ। ਤੇ ਦਿਨ ਤੇ ਰਾਤ ਮੇਰੇ ਵਾਸਤੇ ਕ੍ਰੀਏਟ ਕੀਤੇ ਹਨ ਤੁਸੀਂ, ਦਿਵਸ ਰਾਤ। ਇਹ ਸਮਝ ਲਓ ਜਿਸ ਤਰ੍ਹਾਂ ਦਾਈ ਤੇ ਦਾਇਆ ਹਨ। ਇੱਕ ਦਾਈ ਹੈ ਜਿਹੜੀ
ਇੱਕ ਸਵੇਰੇ ਖਿਆਲ ਰੱਖਦਾ ਹੈ ਤੇ ਇੱਕ ਰਾਤੀ ਖਿਆਲ ਰੱਖਦੀ ਹੈ। ਭਾਵ ਇਹ ਦਿਨ ਤੇ ਰਾਤ ਮੈਨੂੰ ਦਿੱਤੇ ਗਏ ਹਨ ਕਰਮ ਕਰਨ ਵਾਸਤੇ, ਇਹ ਦਿਨ ਰਾਤ ਮੇਰੇ ਵਾਸਤੇ ਬਣਾਏ ਗਏ ਹਨ ਤਾਂ ਕਿ ਮੈਂ ਦਾਤਾ ਤੁਹਾਨੂੰ ਯਾਦ ਕਰ ਸਕਾਂ। ਦੋਈ ਦਾਈ ਦਾਇਆ ਖੇਲੇ ਸਗਲ ਜਗਤ, ਤੇ ਇਹ ਜਿਹੜਾ ਜਗਤ ਬਣਾਇਆ ਹੈ ਇਹਦੇ ਵਿੱਚ ਖੇਡਣ ਵਾਸਤੇ ਤੁਸੀਂ ਸਾਨੂੰ ਭੇਜਿਆ ਹੈ। ਤੇ ਜੇ ਮੈਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਾਲੇ ਜੀਵਨ ਬਤੀਤ ਕਰਾਂਗਾ ਇੱਥੇ, ਤੇ ਜਿਹੜੇ ਦਿਨ ਰਾਤ ਤੁਸੀਂ ਦਿੱਤੇ ਹਨ ਇਹਦੇ ਚ ਮੈਂ ਖੇਡਾਂ, ਮੈਂ ਕਰਮ ਕਰਾਂ ਇਹਨਾਂ ਵਿੱਚ, ਤੇ ਅਗਰ ਤੇ ਅਗਲੀ ਲਾਈਨ ਕੀ ਹੈ? ਮਾਤਾ ਚੰਗਿਆਈਆਂ ਬੁਰੀਆਈਆਂ, ਪਰ ਇਸ ਗੱਲ ਦਾ ਖਿਆਲ ਰੱਖੇ ਕਿ ਜੋ ਕੀ ਕਰਦਾ ਪਿਆ ਉਹ ਦੇਖਦਾ ਪਿਆ ਹੈ। ਉਹ ਵਾਚੇ ਮਤਲਬ ਇੰਗਲਿਸ਼ ਵਿੱਚ ਵਾਚ ਕਿਹਾ ਜਾਂਦਾ ਹੈ, ਪਰ ਉਸ ਵੇਲੇ ਵਾਚੇ ਵਰਡ ਵਰਤਿਆ ਜਾਂਦਾ ਸੀ, ਪੰਜਾਬੀ ਚ ਹੁਣ ਨਹੀਂ ਵਰਤਿਆ ਜਾਂਦਾ। ਉਹ ਦੇਖਦਾ ਪਿਆ ਹੈ ਪ੍ਰਮਾਤਮਾ ਕਿ ਮੇਰੀ ਪਵਨ ਗੁਰੂ ਪਾਣੀ ਪਿਤਾ ਵਾਲਾ ਜੀਵਨ ਹੈ ਕਿ ਨਹੀਂ ਹੈ ਮੇਰਾ, ਮਾਤਾ ਧਰਤ ਮਾਤਾ ਵਾਲਾ ਜੀਵਨ ਹੈ ਕਿ ਨਹੀਂ ਹੈ ਮੇਰਾ। ਇਹ ਸਿੱਖ ਦੀ ਅਰਦਾਸ ਹੈ, ਔਰ ਸਿੱਖੀ ਦੇ ਬੁਨਿਆਦੀ ਅਸੂਲਾਂ ਦੇ ਉੱਤੇ ਮਹਾਰਾਜ ਨੇ ਨਿਮਰਤਾ ਵਾਲਾ ਗੁਣ ਔਰ ਜੁੜਿਆਂ ਦੀ ਸੰਗਤ, ਗੁਰੂ ਦੀ ਗੁਰੂ ਜਨ ਵਾਲਾ ਜੀਵਨੀ ਵਾਲਾ ਜਿਹੜਾ ਗੁਣ ਹੈ, ਪੌਣ ਗੁਰੂ ਵਾਲਾ ਪਾਣੀ ਪਿਤਾ ਵਾਲਾ, ਇਹ ਜੀਵਨ ਬਖਸ਼ਿਆ ਹੈ ਗੁਰੂ ਨੂੰ। ਤੇ ਉਪਦੇਸ਼ ਦਿੰਦੇ ਹਨ ਕਿ ਦਿਨ ਰਾਤ ਤੈਨੂੰ ਦਿੱਤੇ ਗਏ ਹਨ ਇਹ ਕਮਾਉਣ ਵਾਸਤੇ, ਇਸ ਨੂੰ ਕਮਾ ਤੂੰ, ਤੇ ਕਮਾਉਣ ਵਿੱਚ ਇਹ ਦੇਖੀ ਜੋ ਤੂੰ ਕਮਾ ਰਿਹਾ ਹੈ, ਜੋ ਤੂੰ ਕਰ ਰਿਹਾ ਹੈ, ਤੂੰ ਦੇਖ, ਸਭ ਦੇਖਦਾ ਪਿਆ, ਉਹ ਸਭ ਕੁਝ ਉਹਦੀ ਨਜ਼ਰ ਵਿੱਚ ਹੈ। ਧਿਆਨ ਰੱਖੀ ਕੀ ਕਮਾਉਂਦਾ ਪਿਆ ਹੈ। ਹਾਂਜੀ, ਵਾਚੇ ਧਰਮ ਹਜ਼ੂਰ ਤੇ ਕਰਮੀ ਆਪੋ ਆਪਣੀ ਕੇ ਨੇੜੇ, ਤੇ ਤੁਹਾਡੀ ਕਰਮੀ ਦੇ ਹਿਸਾਬ ਦੇ ਨਾਲ ਉਹ ਨੇੜੇ ਜਾਂ ਦੂਰ ਹੈ। ਕਰਮੀ ਹੈ, ਤੁਹਾਡੇ ਕਰਮ ਤੁਹਾਨੂੰ ਤੁਹਾਡੇ ਤੋਂ ਦੂਰ ਜਾਂ ਨੇੜੇ ਰੱਖਦੇ ਹਨ। ਇਸੀ ਵਾਸਤੇ ਅਰਦਾਸ ਇੰਪੋਰਟੈਂਟ ਹੈ, ਇਸੀ ਵਾਸਤੇ ਇਹ ਕਹਿਣਾ ਬੜਾ ਇੰਪੋਰਟੈਂਟ ਹੈ, ਇਹ ਮੇਰੇ ਦਾਤਾ ਮੇਰੇ ਕਰਮਾਂ ਤੇ ਨਾ ਜਾਓ, ਮੇਰਾ ਗੁਣ ਅਵਗੁਣ ਨਾ ਵਿਚਾਰੋ, ਤੁਸੀਂ ਮੈਨੂੰ ਸਿੱਧੇ ਰਸਤੇ ਪਾ ਦਿਓ। ਮੈਂ ਨਹੀਂ ਆ, ਮੈਂ ਨਿਮਾਣਾ, ਮੈਨੂੰ ਨਹੀਂ ਸਮਝ ਇਸ ਬਾਰੇ। ਸੋ ਇਹ ਇੱਥੇ ਵੀ ਜੋ ਗੱਲ ਕਰਦੇ ਹਨ, ਆਪੇ ਆਪ ਕਰਤ ਨੇ ਮੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇੜਾ, ਕਈਆਂ ਨੂੰ ਨੇੜੇ ਰੱਖਦਾ ਹੈ, ਕਈਆਂ ਨੂੰ ਦੂਰ ਰੱਖਦਾ ਹੈ। ਇਹ ਕੋਈ ਰੈਂਡਮ ਚੋਇਸ ਨਹੀਂ ਹੈ ਉਹਦੀ, ਇਹ ਮੇਰੇ ਕਰਮਾਂ ਦੇ ਹਿਸਾਬ ਦੇ ਨਾਲ ਮੈਨੂੰ ਦੂਰ ਜਾਂ ਨੇੜੇ ਰੱਖਿਆ ਜਾਂਦਾ ਹੈ। ਤੇ ਉਪਾਵ ਸਿਆਣਪ ਸਗਲ ਤੇ ਰਹਿਤ, ਤੇ ਉਪਾਵ ਤੇ ਸਿਆਣਪਾਂ, ਤੇ ਸਿਆਣਪ ਕਿਹਨੂੰ ਕਹਿੰਦੇ ਹਨ? ਸਿਆਣਪਾਂ ਹੁੰਦੀਆਂ ਹਨ ਆਪਣੀ ਵਾਈਜ਼ ਤਰੀਕਾ, ਮਤਲਬ ਕਿ ਜਿਹੜਾ ਬਸ ਜਿਹੜੇ ਠੀਕ ਤਰ੍ਹਾਂ ਸੋਚ, ਰਾਈਟ ਔਰ ਰੋਂਗ ਵਿੱਚ ਪਤਾ ਹੋਵੇ। ਤੇ ਉਪਾਵ ਕਹਿੰਦੇ ਹਨ ਉਦਮ ਨੂੰ, ਐਫਰਟ ਨੂੰ। ਤੇ ਉਸ ਪ੍ਰਮਾਤਮਾ ਵਿੱਚ ਜਿਹੜਾ ਨਿਰਗੁਣ ਰੂਪ ਹੈ, ਜਿਹੜਾ ਬਿਲਕੁਲ ਜਦੋਂ ਅਲੇਪ ਹੋ ਜਾਂਦਾ ਹੈ, ਜਦੋਂ, ਤੇ ਉਹਦੇ ਵਿੱਚ ਤੇ ਕੋਈ ਗੁਣ ਨਹੀਂ ਹੈ, ਉਹ ਨਿਰਗੁਣ ਰੂਪ ਵਿੱਚ ਹੈ। ਨਾ ਉਹਦੇ ਵਿੱਚ ਸਿਆਣਪਾਂ ਹਨ ਤੇ ਨਾ ਉਹਦੇ ਵਿੱਚ ਉਪਾਵ ਭਾਵ ਕੋਈ ਉਦਮ ਹੈ। ਉਹਦੇ ਵਿੱਚ ਉਦਮ ਸਰਗੁਣ ਰੂਪ ਵਿੱਚ ਹੈ, ਨਿਰਗੁਣ ਰੂਪ ਵਿੱਚ ਕੁਝ ਨਹੀਂ ਹੈ, ਉਹ ਨਿਰਲੇਪ ਹੈ ਉਸ ਰੂਪ ਵਿੱਚ। ਉਪਾਵ ਸਿਆਣਪ ਸਗਲ ਤੇ ਰਹਿਤ ਹੈ, ਉੱਥੇ ਉਸ ਅਵਸਥਾ ਵਿੱਚ ਕੁਝ ਵੀ ਨਹੀਂ ਹੈ। ਉੱਤੇ ਸਭ ਕੁਝ ਜਾਣੇ ਆਤਮ ਕੀ ਰਹਿਤ, ਉਹ ਸਭ ਜਾਣਦਾ ਹੈ ਤੁਹਾਡੀ ਆਤਮਾ ਦੀ ਕਿਹੜੀ ਰਹਿਤ ਹੈ। ਝੂਠੀ ਰਹਿਤ ਤੇ ਸੱਚੀ ਰਹਿਤ ਦੀ ਫਰਕ ਉਹਨੂੰ ਸਮਝ ਹੈ, ਉਸਨੂੰ ਉਹ ਜਾਣਦਾ ਹੈ। ਤੁਸੀਂ ਤੁਹਾਡੀ ਅੰਦਰੀ ਆਤਮਾ, ਤੁਹਾਡਾ ਸਬਕੌਂਸ਼ੀਅਸ ਮਾਈਂਡ, ਪਿੱਛੇ ਜੇ ਅਸੀਂ ਭਾਈ ਚੰਡਾ ਜੀ ਦੀ ਸਾਖੀ ਗੁਰੂ ਨਾਨਕ ਚਮਤਕਾਰ ਪੜ੍ਹਦੇ ਪਏ ਸੀ, ਤੇ ਉਹਦੇ ਵਿੱਚ ਹੀ ਇਹ ਗੱਲ ਲਿਖੀ ਨੇ। ਮਹਾਰਾਜ ਇਸੀ ਗੱਲ ਦੇ ਉੱਤੇ ਵਿਖਿਆਨ ਕਰਦੇ ਹਨ ਕਿ ਸਬਕੌਂਸ਼ੀਅਸ ਮਾਈਂਡ ਨੂੰ ਸਭ ਪਤਾ ਹੈ। ਦੇਖੋ, ਤੁਸੀਂ ਜਿਤਨਾ ਮਰਜ਼ੀ ਕੀਰਤਨ ਕਰ ਲਓ, ਸਿੱਖ ਲਓ, ਬਾਣੀ ਪੜ੍ਹ ਲਓ, ਜੇ ਤੁਸੀਂ 2-4 ਘੰਟੇ ਕਰਦੇ ਹੋ, ਲੇਕਿਨ ਅੰਦਰਲਾ ਜਿਹੜਾ ਤੁਹਾਡਾ ਅੰਤःਕਰਨ ਹੈ, ਉਹਦੇ ਵਿੱਚ ਅਗਰ ਵਿਕਾਰ ਬੜੇ ਹਨ ਅੰਦਰ, ਉਹ 1-2 ਘੰਟੇ 3 ਘੰਟੇ 4 ਘੰਟੇ ਬਣਨ ਤੋਂ ਬਾਅਦ ਅੰਤःਕਰਨ ਅੰਦਰਲਾ ਬਦਲੇਗਾ ਨਹੀਂ। ਉਹ ਬਦਲੇਗਾ ਜਦੋਂ ਬਹੁਤ ਲੌਂਗ ਟਰਮ ਇਹ ਜਿਹੀਆਂ ਚੀਜ਼ਾਂ ਹੋਣਗੀਆਂ, ਜਿਹੜੀਆਂ ਸਾਰੀਆਂ ਸਭ ਕੁਝ ਜਾਣੇ ਆਤਮ ਕੀ ਰਹਿਤ, ਸਭ ਕੁਝ ਜਾਣਦਾ ਹੈ ਸਾਰੇ ਆਤਮਾ ਦੀ ਰਹਿਤ। ਜਿਸ ਭਾਵੇ ਤਿਸ ਲੈ ਲੜ ਲਾਏ, ਜਿਹਦੇ ਉੱਤੇ ਮੇਰੇ ਮਾਲਕ ਦੀ ਕਿਰਪਾ ਹੁੰਦੀ ਹੈ, ਜਿਹਦੇ ਉੱਤੇ ਉਹ ਬਖਸ਼ਿਸ਼ ਕਰਦਾ ਹੈ, ਉਹ ਉਸਨੂੰ ਆਪਣੇ ਲੜ ਲਗਾ ਲੈਂਦਾ ਹੈ। ਤੇ ਥਾਨ ਥਨੰਤਰ ਰਿਹਾ ਸਮਾਏ, ਥਾਨ ਕਹਿੰਦੇ ਹਨ ਜਗ੍ਹਾ ਨੂੰ, ਥਨ ਅੰਤਰ ਦੋ ਸੰਧੀ ਵਿੱਚ ਹੈ। ਥਨ ਅੰਤਰ, ਥਾਨ ਦੇ ਅੰਦਰ, ਥਨ ਅੰਤਰ ਹਰ ਜਗ੍ਹਾ ਦੇ ਉੱਤੇ ਤੇ ਹਰ ਜਗ੍ਹਾ ਦੇ ਅੰਦਰ। ਥਾਨ ਥਨੰਤਰ ਹਰ ਜਗ੍ਹਾ 'ਚ ਤੇ ਹਰ ਜਗ੍ਹਾ ਦੇ ਅੰਦਰ। ਥਾਨ ਥਨੰਤਰ ਹਰ ਜਗ੍ਹਾ ਉਹ ਸਮਾਇਆ ਹੋਇਆ ਮੇਰਾ ਪ੍ਰਭੂ ਹੈ, ਮੇਰਾ ਮਾਲਕ ਹੈ। ਸੋ ਸੇਵਕ ਜਿਸ ਕਿਰਪਾ ਕਰੀ, ਕੋਈ ਉਹਦਾ ਸੇਵਕ ਬਣ ਸਕਦਾ ਹੈ ਜਿਹਦੇ ਉੱਤੇ ਉਹ ਆਪ ਮਿਹਰ ਕਰਦਾ ਹੈ। ਔਰ ਸੇਵਕ ਬਣਨਾ ਹੀ ਸੁਖਮਨੀ ਦਾ ਗੋਲ ਹੈ। ਜਿਹੜੀ ਮੈਂ ਅੱਜ ਨਿਸ਼ਾਨ ਲਗਾ ਕੇ ਲੈ ਕੇ ਆਇਆ ਕਿ ਸੇਵਕ ਦੀ ਡੈਫੀਨੇਸ਼ਨ 17ਵੀਂ ਅਸ਼ਟਪਦੀ ਵਿੱਚ, hopefully we'll all be together when that day comes,
probably year and a half later from now, उत्थे भी सेवक दी डेफिनेशन आप देके समझाया नहीं कि ठाकुर का सेवक आज्ञाकारी, ठाकुर का सेवक सदा पुजारी है, ठाकुर के सेवक के मन प्रतीत है, ठाकुर के सेवक की निर्मल रीत है, ठाकुर को सेवक जाने संग ते प्रभ का सेवक नाम के रंग। ए नाम दा रत्या होया रंग विच जेड़ा सेवक है, जेड़ा आज्ञाकारी सेवक है, जेड़ा क्वेश्चन नहीं करता अपने मालक नू, जेड़ा कदी पूछता नहीं है क्यों है, किस तरह है, क्यों हो रहा है, वो सिर्फ सेवा अपनी अंदरों सेवा करता है, शब्द दी सेवा करता है, सब तो वड्डी सेवा भाव शब्द नू अपने हृदय विच वसांदा है, परमात्मा दा भजन बंदगी करता है ते उस सरगुण रूप विच देख के सारी कायनात दी सृष्टि भी सेवा करता है। वो अपना जीवन नू थल्ले लगा के दूसरे दे जीवन ऊपर करने की कोशिश करता है। ਇਹੋ ਜਿਹੇ ਪ੍ਰਮਾਤਮਾ ਦੇ ਭਗਤ ਜਿਹੜੇ ਹਨ, ਸੇਵਕ ਜਿਹੜੇ ਹਨ, ਉਹ ਜਿਹੜੇ ਆਗਿਆਕਾਰੀ ਸੇਵਕ ਹਨ, ਜਿਹੜੇ ਹਮੇਸ਼ਾ ਪੂਜਾ ਕਰਨ ਵਾਲੇ ਸਦਾ ਪੁਜਾਰੀ, ਜਿਨ੍ਹਾਂ ਦੇ ਅੰਦਰ ਮਨ ਪ੍ਰਤੀਤ ਹੈ, ਜਿਨ੍ਹਾਂ ਦੇ ਅੰਦਰ ਮਨ ਵਿੱਚ ਵਿਸ਼ਵਾਸ ਹੈ, ਜਿਨ੍ਹਾਂ ਦੇ ਅੰਦਰ ਉਹ ਪ੍ਰਤੀਤ ਬਹੁਤ ਇੰਪੋਰਟੈਂਟ ਹੈ। ਪ੍ਰਤੀਤ ਦੀ ਗੱਲ ਜਿਹੜੀ ਹੈ ਕਿ ਜਦ ਤੱਕ ਤੁਹਾਡੇ ਅੰਦਰ ਵਿਸ਼ਵਾਸ ਨਹੀਂ ਹੈ, ਫੇਥ ਨਹੀਂ ਹੈ, ਤੇ ਕੁਝ ਨਹੀਂ ਹੋ ਸਕਦਾ। ਤੇ ਠਾकुर के सेवक की निर्मल रीत है, ਉਹਦਾ ਚਾਲ ਚੱਲਣ ਅੱਛਾ ਹੈ, ਉਹਦੀ ਨਿਰਮਲ, ਉਹਦੀ ਰਹਿਣੀ ਬਹਿਣੀ ਜਿਹੜੀ ਹੈ ਪਵਿੱਤਰ ਹੈ। ਤੇ ਠਾकुर को सेवक जाने संग, ਠਾकुर को सेवक जाने, ਉਹ ਹਮੇਸ਼ਾ ਅੰਗ ਸੰਗ ਉਸਨੂੰ ਦੇਖਦਾ ਹੈ, ਉਸਨੂੰ, ਕਿਉਂਕਿ ਪ੍ਰਮਾਤਮਾ ਦਾ ਸੇਵਕ ਨਾਮ ਦੇ ਵਿੱਚ ਡੁੱਬਿਆ ਹੋਇਆ ਹੈ। ਤੇ ਸੇਵਕ को ਪ੍ਰਭ ਪਾਲਨਹਾਰਾ, ਤੇ ਸੇਵਕ ਦੀ ਸੇਵਕ ਬਣਨਾ ਹੀ ਸੁਖਮਨੀ ਦਾ ਗੋਲ ਹੈ। और ये सारियां अष्टपदियां फोकस उसी गल दे उत्ते हैं कि परमात्मा दा सेवक कौन बन सकता है। सो सेवक जिस कृपा करी, जिते उत्ते ओ मालिक खुश हो जाए, जिदे उत्ते प्रसन्नता दी नेड़े हो जाए। खुश सारियां ते हुंदा है, खुशी दा उदी कृपा सब ते हुंदी है, पर जिदे ते ज्यादा हुंदी है वो उसनू अपना सेवक बनांदा है, जो अपने कर्मां दे हिसाब दे नाल उदे नेड़े लगदा है। थान थनंतर रेहा समाए, सो सेवक जिस कृपा करी, ते बनदा वही है जिहड़ा निमक निमक जप नानक हरी। नानक आप उस परमात्मा दा निमक निमक हर एक पल विच, हर श्वास विच परमात्मा नू जिहड़े याद करदे हन, जिहड़ी परमात्मा दी बंदी करदे हन, जिहड़ी परमात्मा दी भगती करदे हन, मेरा नां नहीं लैंदे। वो क्लास खत्म होने तो बाद फिर उस दुनिया च नहीं चले जांदे वापस। वो क्लास खत्म होने तो बाद पुराने बिहेवियर ते नहीं आ जांदे। वो क्लास खत्म होने तो बाद, पाठ करन तो बाद भी उन्हां दा मन उस सच्चे विच जुड़िया रहिंदा है। घट हैं इहो जे बंदे, बहुत घट, पर जिहड़े हैं वो पूजन योग हैं, जिहड़े इस पासे चलदे हैं वो पूजन योग हैं, वो धनता योग हैं, जिहड़े जन जिहड़े इस पासे चलदे हैं। तां ही मैं लास्ट टाइम भी कहा सी कि 17वीं अष्टपदी दे एंड विच ये भी गल कीती ने कि ये भी ओ तनवंत, ਉਹ ਤਨਵੰਤ ਕੁਲਵੰਤ ਪਤਵੰਤ ਜੀਵੰਤ ਮੁਕਤ ਜਿਸ ਹਿਰਦੇ ਭਗਵੰਤ, ਤੇ ਧਨ 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 ਜਨ ਆਇਆ। ਉਹ ਉਹਨਾਂ ਦਾ ਆਵਣਾ ਧਨ ਹੈ, ਕਿਉਂ? ਕਿਉਂਕਿ ਉਹਨਾਂ ਨੂੰ ਦੇਖ ਕੇ ਨਾਮ ਚੇਤੇ ਆਂਦਾ ਹੈ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ। ਇਹ ਕਿਉਂਕਿ ਉਹਨਾਂ ਨੂੰ ਚੇਕਦਿਆਂ ਹੀ, ਉਹਨਾਂ ਨੂੰ ਯਾਦ ਕਰਦਿਆਂ ਹੀ, ਉਹਨਾਂ ਨੂੰ ਦੇਖਦਿਆਂ ਹੀ ਨਾਮ ਚੇਤੇ ਆਉਂਦਾ ਹੈ। ਧਨ ਹਨ ਜਿਹੜੇ ਆਂਦੇ ਹਨ ਇਹੋ ਜਿਹੀ ਦੁਨੀਆ 'ਚ ਬੰਦੇ, ਜਿਹੜੇ ਦੂਸਰਿਆਂ ਨੂੰ ਪ੍ਰੇਰਦੇ ਹਨ ਇਸ ਪਾਸੇ ਲੱਗਣ 'ਚ, ਜਿਹੜੇ ਦੂਸਰਿਆਂ ਨੂੰ ਪ੍ਰੇਰ ਕੇ ਪ੍ਰਮਾਤਮਾ ਤਰਫ ਲੈ ਕੇ ਜਾਂਦੇ ਹਨ, ਧਨ ਹਨ ਉਹ। ਤੇ ਧਨ ਉਹਨਾਂ ਦੀ ਜ਼ਿੰਦਗੀ ਹੈ। ਨਾਨਕ ਉਹਨਾਂ ਤੋਂ ਕੁਰਬਾਨ ਜਾਂਦੇ ਹਨ। ਨਿਮਕ ਨਿਮਕ ਜਪ ਨਾਨਕ ਹਰੀ, ਪ੍ਰਮਾਤਮਾ ਦਾ ਨਾਮ ਗੋਬਿੰਦ ਮਹਾਰਾਜ ਉਪਦੇਸ਼ ਦਿੰਦੇ ਹਨ, ਹਰ ਨਿਮਕ ਨਿਮਕ ਨਾਲ ਆਪ ਜਪਦੇ ਹਨ। ਤੇ ਉਸ ਸੇਵਕ, ਜਿਸ ਸੇਵਕ ਦੀ ਕਿਰਪਾ ਹੁੰਦੀ ਹੈ, ਤੇ ਇਹ ਅਸ਼ਟਪਦੀ ਦਾ ਪੂਰਾ ਸਾਰ ਜਿਹੜਾ ਹੈ, ਜਿਹੜਾ ਤੇ ਅਗਰ ਮੈਂ ਲੈ ਕੇ ਜਾਵਾਂ ਤੁਹਾਨੂੰ ਇਹਦੀ, ਉਹਦੇ ਉਹ ਹੈ ਕਿ ਦੇਣ ਹਾਣ ਪ੍ਰਭ ਛੋੜ ਕੇ ਜਿਹੜੇ ਲਾਗੇ ਆਨ ਸੁਆਏ, ਨਾਨਕ ਕਹੂ ਨ ਸਿਜਹੀ ਬਿਨ ਨਾਵੇਂ ਪਤ ਜਾਏ। ਜਿਹੜੇ ਪ੍ਰਮਾਤਮਾ ਨੂੰ ਛੋੜ ਕੇ ਕਿਸੇ ਹੋਰ ਪਾਸੇ ਲੱਗਦੇ ਹਨ, ਜ਼ਿੰਦਗੀ ਦਾ ਜਿਹੜਾ ਲਗਾਉਂਦੇ ਹਨ ਜੋ ਦੂਸਰੇ ਪਾਸੇ, ਉਹਨਾਂ ਦੀ ਜ਼ਿੰਦਗੀ ਵਿੱਚ ਸਭ ਕੁਝ ਹੁੰਦਿਆਂ ਸੌਂਦਿਆਂ ਵੀ ਅਖੀਰ ਵਿੱਚ ਕੁਝ ਖੱਟ ਕੇ ਨਹੀਂ ਜਾਂਦੇ ਇੱਥੋਂ। ਅਖੀਰ ਵਿੱਚ ਉਂਝੇ ਹੀ ਜਾਂਦੇ ਹਨ ਜਿਸ ਤਰ੍ਹਾਂ ਆਮ ਬੰਦਾ ਜਾਂਦਾ ਹੈ। ਤੇ ਜਿਤਨੇ ਮਰਜ਼ੀ ਪੈਸੇ ਕਮਾ ਲੈ, ਜਿਤਨਾ ਮਰਜ਼ੀ ਧਨਤਾ ਯੋਗ ਹੋ ਜਾਏ, ਜਿਤਨੇ ਮਰਜ਼ੀ ਮਾਣ ਪ੍ਰਾਪਤ ਕਰ ਲੈ, ਜਿਤਨੇ ਮਰਜ਼ੀ ਵੱਡੇ ਘਰਾਂ 'ਚ ਰਹਿੰਦਾ ਹੋਵੇ, it does not matter. At the end what matters is ਕਿ
ਤੁਸੀਂ ਕਿਤਨਾ ਕੋ ਇਸ ਪਾਸੇ ਖਟਿਆ ਹੈ, ਤੁਸੀਂ ਕਿਤਨਾ ਕੋ ਇਸ ਪਾਸੇ ਪ੍ਰਮਾਤਮਾ ਦੇ ਔਰ ਸੱਚੀ ਖਟਿਆ ਹੈ, ਝੂਠਾ ਨਹੀਂ ਖਟਿਆ ਹੈ ਜੀ। ਝੂਠੇ ਖੱਟਣ ਵਾਲੇ ਅਲੱਗ ਹਨ, ਜਿਹੜੇ ਪ੍ਰੀਟੈਂਸ਼ੀਅਸ ਹਨ, ਜਿਹੜੇ ਪ੍ਰੀਟੈਂਡ ਕਰਦੇ ਹਨ, ਜਿਹੜੇ ਹੈ ਨਹੀਂ ਜਿਹੜੇ। ਇੱਥੇ ਮੈਂ I'll stop now and I will let other people say whatever they have to say or questions or something, and then we'll see what we still have some time left in the class. I'm not going to start a new Ashpadi right now, so we're going to stop here and see what others have to say. And if any questions are there, or even on the Pawan Guru Pani Pita wale shlok de utte, if somebody has a question, I'll try to answer that question. Actually, Surinder ji, you remember Bhai Gurdas ji ne Pawan Guru Pani Pita di बहुत Translation की है, पूरी वार लिखी है उधर में, और बहुत ही बढ़िया, मतलब कि if you have एक चीज खोल के दसी है। ਉਹਦੇ ਸਟਾਰਟਿੰਗ ਲਾਈਨ ਹੈ ਪਵਨ ਗੁਰੂ ਗੁਰੂ ਸ਼ਬਦ ਹੈ, ਸੋ ਉਥੋਂ ਸ਼ੁਰੂ ਹੁੰਦੀ ਹੈ ਵਾਰ ਉਹ। ਤੇ ਇਟ ਇਜ਼ ਵੈਰੀ ਕਾਮਨ ਜਿਹੜੀਆਂ ਜਪਜੀ ਸਾਹਿਬ ਦੀ ਪ੍ਰੋਬਬਲੀ ਇਹ ਸਭ ਤੋਂ ਔਖੀ ਲਾਈਨ ਹੈ ਸਮਝਣੀ, ਪਵਨ ਗੁਰੂ ਪਾਣੀ ਪਿਤਾ। I could have talked for another hour on that, you know, ਕਿਉਂਕਿ ਪਾਣੀ ਦੇ ਬੜੇ ਗੁਣ ਹਨ ਜਿਹੜੇ ਮੈਂ ਡਿਫਾਈਨ ਨਹੀਂ ਕੀਤੇ, ਗੁਰੂ ਦੇ ਬੜੇ ਗੁਣ ਹਨ ਜਿਹੜੇ ਮੈਂ ਡਿਫਾਈਨ ਨਹੀਂ ਕੀਤੇ ਉੱਥੇ। ਸੋ ਭਾਈ ਗੁਰਦਾਸ ਜੀ ਨੇ you know ਇੱਕ ਬੜੀ ਜਗ੍ਹਾ ਤੇ ਬਾਣੀ ਦੀ ਟ੍ਰਾਂਸਲੇਸ਼ਨ ਕੀਤੀ ਹੈ। Let me give you a homework. ਜਿਹੜੇ ਤੇ ਅਲੇ ਕਲਾਸ ਚਾਹੁੰਦੇ ਹਨ ਸ਼ਾਇਦ ਉਹਨਾਂ ਨੂੰ ਉਹਦਾ ਆਨਸਰ ਪਤਾ ਹੋਵੇ, ਪਰ ਜਿਹੜੇ ਦੂਰ ਹਨ, ਜਿਹੜੇ ਦੂਰੋਂ ਸੁਣਦੇ ਪਏ ਸ਼ਾਇਦ ਆਨਸਰ ਨਾ ਪਤਾ ਹੋਵੇ। ਕੁਐਸਚਨ ਇਹ ਹੈ, ਆਸਾ ਦੀ ਵਾਰ ਦੀ ਇੱਕ ਸ਼ਲੋਕ ਦੀ ਵਿਆਖਿਆ ਵੀ ਭਾਈ ਸਾਹਿਬ ਨੇ ਆਪਣੇ ਵਾਰਾਂ 'ਚ ਕੀਤੀ ਹੈ। the homework ਇਹ ਹੈ ਕਿ ਨੈਕਸਟ ਸੰਡੇ ਤੋਂ ਪਹਿਲੇ ਜ਼ਰਾ ਖੋਜ ਕਰਕੇ ਲੈ ਕੇ ਆਉਣ ਤੇ ਮੈਨੂੰ ਦੱਸਣ ਕਿ ਆਸਾ ਦੀ ਵਾਰ ਦੀ ਕਿਹੜੇ ਸ਼ਲੋਕ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ 'ਚ ਕੀਤੀ ਹੈ। ਇੱਕੋ ਹੀ ਸ਼ਲੋਕ ਦੀ ਵਿਆਖਿਆ ਕੀਤੀ ਹੈ, ਔਖਾ ਸ਼ਲੋਕ ਹੈ ਆਸਾ ਦੀ ਵਾਰ ਦਾ। ਸੋ ਇਹ ਬੜਾ ਕਾਮਨ ਸੀ ਉਹਨਾਂ ਦਿਨਾਂ ਵਿੱਚ, ਕਿਉਂਕਿ ਜਿਹੜੇ ਡਿਫਿਕਲਟ ਚੀਜ਼ਾਂ ਹੁੰਦੀਆਂ ਸਨ ਭਾਈ ਗੁਰਦਾਸ ਯੂਜ਼ ਟੂ ਤਾਂ ਹੀ ਕੁੰਜੀ ਕਿਹਾ ਗਿਆ ਹੈ ਗੁਰਬਾਣੀ ਨੂੰ ਉਹਨਾਂ ਦੀ, ਤੇ ਵਰ ਦਿੱਤਾ ਹੈ ਕਿ ਜਿਹੜਾ ਤੁਹਾਨੂੰ ਕਰੇਗਾ, ਜਿਹੜੀ ਤੁਹਾਡੀ ਬਾਣੀ ਪੜ੍ਹੇਗਾ ਉਹ ਉਸਨੂੰ ਕੁੰਜੀ, ਉਹਨੂੰ ਚਾਬੀ ਮਿਲ ਜਾਏਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਖੋਲਣ ਨੂੰ। ਸੋ ਇਹ ਉਸ ਮਹਾਨ ਗੁਰੂ ਦੀ ਦੇਣ ਹੈ ਉਹਨਾਂ ਤੇ। ਸੋ ਸੋ ਇਹ ਖੋਜ ਕਰਕੇ ਲੈ ਕੇ ਆਇਆ। unless somebody who does not attend the class in LA already knows the answer, you can share it right now with me. If you do not know the answer, homework hai ki pata lagao zara. Any other questions? I have a thought, Viji. You have mentioned, or in fact it's quite clear that naam japna can also be a sort of a pretentious thing. In other words, loki jo ne oh dikhave naal, pretend naal jo hai oh apne aap nu like a bhagat jo hai oh like you know, they actually proclaim that way. But then my thought has always been कि नाम दी शक्ति इन्नी होनी है कि वो pretend नाल भी they should be able to actually convert. Why are they not converting just by the shakti of naam? So Vijay, that is the reason मैं किया कि नाम जपना मतलब है परमात्मा ਨੂੰ याद करना। ਹਾਂਜੀ, ਚਾਹੇ ਉਹ ਕੀਰਤਨ ਰਾਹੀਂ ਯਾਦ ਕੀਤਾ ਜਾਏ, ਬਾਣੀ ਪੜ੍ਹ ਕੇ ਯਾਦ ਕੀਤਾ ਜਾਏ, ਕਿਤਾਬਾਂ ਪੜ੍ਹ ਕੇ ਯਾਦ ਕੀਤਾ ਜਾਏ, ਸਵੇਰੇ ਉੱਠ ਕੇ ਉਸ ਗੁਰੂ ਮੰਤਰ ਨੂੰ ਧਿਆਇਆ ਜਾਏ, ਕਿਸੇ ਵੀ ਤਰੀਕੇ ਨਾਲ ਸੇਵਾ ਕਰਕੇ। ਲੇਕਿਨ ਵੀ ਜੀ ਇਸੀ ਵਾਸਤੇ ਮੈਂ ਕਹਿੰਦਾ ਕਿ ਆਪਣੀ ਜੇ ਉਹ ਕਰਦਾ ਹੈ, ਉਹ ਨਾਮ ਜਪ ਰਿਹਾ ਹੈ ਜਾਂ ਪ੍ਰਮਾਤਮਾ ਨਾਲ ਪਿਆਰ ਕਰ ਰਿਹਾ ਹੈ, ਤੇ ਉਹਦਾ ਸਬੂਤ ਦਵੇ। ਫਿਰ ਉਹਦਾ ਸਬੂਤ ਇਹ ਹੈ ਵੀਰ ਜੀ ਕਿ ਉਹ ਆਪਣੀ ਲਾਈਫ ਵਿੱਚ ਇੱਕ ਪੋਜ਼ਿਟਿਵ ਚੇਂਜਸ ਦੇਖੇਗਾ। ਆਪਣੀ ਲਾਈਫ ਵਿੱਚ ਸਡਨਲੀ ਉਹਨੂੰ ਮਹਿਸੂਸ ਹੋਏਗਾ ਕਿ ਮੇਰੇ ਸਾਰੇ ਆਪਣੇ ਮੇਰੇ ਹਨ ਸਾਰੇ। ਸਡਨਲੀ ਮਹਿਸੂਸ ਹੋਏਗਾ ਕਿ ਜਿਹੜਾ ਦੂਸਰਾ ਕੋਈ ਬੱਚਾ ਜਾ ਰਿਹਾ ਹੈ ਬਾਹਰ, ਉਹਨੂੰ ਮਹਿਸੂਸ ਹੋਏਗਾ ਕਿ ਇਸ ਬੱਚੇ ਤੇ ਮੇਰੇ ਆਪਣੇ ਬੱਚੇ 'ਚ ਕੋਈ ਫਰਕ ਨਹੀਂ। ਜੇ ਉਸਨੂੰ ਕੋਈ ਤਕਲੀਫ ਹੋਏਗੀ ਉਸ ਬੱਚੇ ਨੂੰ, ਤੇ ਲੱਗੇਗਾ ਕਿ ਮੇਰੇ ਬੱਚੇ ਨੂੰ ਤਕਲੀਫ ਹੋ ਰਹੀ ਹੈ। ਸਡਨਲੀ ਉਹਨੂੰ ਮਹਿਸੂਸ ਹੋਏਗਾ ਕਿ ਉਹਨੂੰ ਕੋਈ ਬੁਰਾ ਤੋਂ ਬੜਾ ਕੋਈ ਬਚਨ ਕਹਿ ਜਾਵੇ, ਉਹਨੂੰ ਸਹਾਰਨ ਦੀ ਆਦਤ ਪੈ ਜਾਏਗੀ, ਉਹਦੇ ਅੰਦਰ ਕ੍ਰੋਧ ਨਹੀਂ ਪੈਦਾ ਹੋਏਗਾ। ਬੜੀ ਦੇਰ ਲੱਗੇਗੀ ਉਹਨੂੰ ਕ੍ਰੋਧ ਆਉਂਦਿਆਂ ਉਹਨੂੰ। ਸਡਨਲੀ ਉਹਨੂੰ ਮਹਿਸੂਸ ਹੋਏਗਾ ਕਿ ਉਹਨੂੰ ਅਗਰ ਮੌਕਾ ਦੇ ਵੀ ਦਿੱਤਾ ਜਾਏ ਨਾ ਚੀਟ ਕਰਨ ਦਾ,
let's say मैं हमेशा एग्जांपल देना होना क्योंकि मैं अपने उस प्रोफेशन चा कोई let's say somebody tells you कि you know what, you can do your tax return, I guarantee this return will not get audited, ਇਹ ਮੇਰੀ गारंटी है जो मर्जी पारे दे विच ते ਇਹ ਪਤਾ ਹੋਵੇ ਕਿ ਮੈਂ ਨਹੀਂ ਮੇਰੀ ਰਿਟਰਨ ਆਡਿਟ ਨਹੀਂ ਹੋਈ ਫਿਰ ਵੀ ਇੱਕ ਢੇਲੇ ਦਾ ਝੂਠ ਨਾ ਲਿਖੇ ਉਹਦੇ ਵਿੱਚ ਫਿਰ ਵੀ ਬਿਲਕੁਲ ਸੱਚ ਕਵੇ ਸਾਰਾ ਕੁਝ ਵੀ ਜੀ ਇਹ ਨਾਮ ਜਪਣ ਵਾਲੀਆਂ ਦੀਆਂ ਨਿਸ਼ਾਨੀਆਂ ਹਨ ਉਹ ਉਹਦੀ ਕਾਇਨਾਤ ਨਾਲ ਸੱਚਾ ਪਿਆਰ ਕਰਦੇ ਹਨ ਵੀਰ ਜੀ ਉਹ ਜਪਦੇ ਨਹੀਂ ਹਨ ਫॉर द ਸੇਕ ਆਫ ਜਪਣੇ ਵਿੱਚ ਉਹ ਗੁਰੂ ਨਾਨਕ ਦਾ ਨਿਉ ਸੱਚਾ ਹੈ ਉਹਨਾਂ ਦਾ ਉਹ ਹਰ ਇੱਕ ਨੂੰ ਆਪਣਾ ਸਮਝਦੇ ਹਨ ਕੋਈ ਬੇਗਾਨਾ ਨਹੀਂ ਕੋਈ ਕਿਧਰੇ ਨੇੜੇ ਨਜ਼ਰ ਨਹੀਂ ਆਉਂਦਾ ਉੱਥੇ ਚਾਹੇ ਫਿਰ ਮੀਆਂ ਮੀਰ ਵਰਗਾ ਆ ਜਾਏ ਚਾਹੇ ਫਰੀਦ ਵਰਗਾ ਆਏ ਤੇ ਚਾਹੇ ਜੈਦੇਵ ਵਰਗਾ ਬ੍ਰਾਹਮਣ ਆ ਜਾਏ ਉਹਦੀ ਬਾਣੀ 'ਚ ਕੋਈ ਫਰਕ ਨਹੀਂ ਸਮਝਦੇ ਉਹ ਸਭ ਨੂੰ ਇੱਕੋ ਜਿਹਾ ਸਮਝਦੇ ਹਨ ਤੇ ਇਹ ਤੁਸੀਂ ਆਪ ਦੇਖਣਾ ਹੈ ਕਿ ਮੇਰੇ 'ਚ ਇਹ ਮੇਰੀ ਬੰਦਗੀ ਠੀਕ ਹੈ ਕਿ ਨਹੀਂ ਠੀਕ ਮੇਰੀ ਬੰਦਗੀ ਵਿੱਚ ਵਾਕਈ ਇਹ ਗੁਣ ਆ ਰਹੇ ਹਨ ਕਿ ਨਹੀਂ ਆ ਰਹੇ ਮੇਰੀ ਬੰਦਗੀ ਵਿੱਚ ਇਹ ਮੈਂ ਚੇਂਜ ਹੋ ਰਿਹਾ मेरे च बदलाव आ रहे हैं और एक गल एक बारी मेरी डॉक्टर बत्रा थे क्लास अटेंड करते पे he spoke a few minutes ago आज तो कोई 3 हफ्ते पुरानी गल होनी है कोरोना वायरस तो महीना पुरानी गल होनी है ते क्लास विच एक बारी क्लास तो बाद we always have a talk, some people come and talk and me and him were talking like 2 महीने पुरानी गल होनी है 2-2.5 महीने पुरानी गल होनी है ते गल्लां गल निकली ते भाई साहब भी लिखते हैं एक जगह कि किस तरह पता लगे कि कोई परमात्मा दा बड़ा प्यारा है किस तरह पता लगे कि परमात्मा दे नाल बड़ा प्यार करदा है या इनू परमात्मा नाल बड़ा प्यार है उथों पता लगेगा वीर जी जदों सारी दुनिया उहदे नाल प्यार करेगी जदों सारे उहदे नाल प्यार करन ना कोई उन्नू खराब ना समझे उस बंदे नू जिथे जाए उन्नू इज्जत मान मिले उस जिथे जाए सब दा सिर झुक जाए उहदे सामने जिथे जाए चाहे जेड़े मर्जी धर्म दा होवे वड्डा होवे छोटा होवे सारे कहण यार ये बंदा देखो ना इदी जिंदगी मेरी वर्गी होवे ते क्या मेरी जिंदगी इदी वर्गी होवे जदों सारी दुनिया उहदे नाल प्यार करे ये परमात्मा दा एक समझ लो परमात्मा उहदे नाल प्यार करदा पिया जो हर का प्यारा सबना का बस जो हर का प्यारा सबना का ये निशानियां हैं उस प्यारे दियां ਜਦੋਂ ਪੂਰੀ ਦੁਨੀਆ ਉਹਦੀ ਇੱਜ਼ਤ ਕਰੇ ਜਦੋਂ ਪੂਰੀ ਦੁਨੀਆ ਉਹਦਾ ਮਾਣ ਕਰੇ ਜਦੋਂ ਗੁਰਦੁਆਰੇ ਜਾਏ ਕੋਈ ਸਮਝੇ ਹੀ ਨਾ ਕਿਸ ਪਾਰਟੀ ਦਾ ਹੈ ਕੌਣ ਹੈ ਸਾਰੇ ਕਹਿਣ ਜੀ ਬੰਦਾ ਦੇਖੋ ਜੀ ਇਹ ਹੀ ਬੰਦਾ ਠੀਕ ਹੈ ਦੇਖੋ ਹੈ ਦੂਸਰੇ ਨੂੰ ਇਸ ਪਾਸੇ ਲਾਂਦਾ ਹੈ ਸੁੱਚਾ ਹੈ ਜੀਵਨ ਹਿਦਾ ਐਂਡ ਐਵਰੀਥਿੰਗ ਜਦੋਂ ਸਾਰੀ ਦੁਨੀਆ ਉਸ ਨਾਲ ਪਿਆਰ ਕਰਨਾ ਸ਼ੁਰੂ ਕਰ ਦੇਵੇ ਜਦੋਂ ਸਾਰੇ ਚੰਗਾ ਚੰਗਾ ਕਹਿਣਾ ਸਮਝ ਲਓ ਪ੍ਰਮਾਤਮਾ ਕਹਿ ਰਿਹਾ ਹੈ ਉਸ ਨੂੰ ਪ੍ਰਮਾਤਮਾ ਦਾ ਭਗਤ ਹੈ ਸੋ ਨਾਮ ਜਪ ਰਿਹਾ ਹੈ उसनू पता है वीर जी जेड़ा करदा पिया कि उन्हें कितनी स्पिरिचुअल प्रोग्रेस की है उसने आज क्लास तो बाद एक पेंसिल या लेके और एक नोटबुक लेके ये 8 गुण लिख नाल एक नंबर पा दियो अपने नाल ह्यूमिलिटी दा मेरा की नंबर है हां जी एक भाई कन्हैया वाली ह्यूमिलिटी जेड़ी है और नंबर 10 ते है ते तुसी अपना गिण लो चुन लो नंबर 1 तो लेके 10 तक हां जी फिर एंगर दा भी पा दियो ग्रीड दा भी पा दियो सेवा दा भी पा दियो हाँ जी परमात्मा नू कितनी बारी याद आंदा है मैनू सवेर तो लैके रात तक ते जे मैं पाठ ना करा ते एक बारी भी याद आया कि 2 बारी आया कि 5 बारी आया ते मैं जे करा ही ना याद ही ना आवे पूरा दिन निकल जाए एक बारी ख्याल ही ना आए उस पासे वो भी लिख ले नाल ते ए तुसी ए उत्ते डेट भी पा दियो भी आज अप्रैल 22 नू ए मेरी हालत सी हाँ जी ते फिर 3 महीने बाद या 4 महीने बाद या 6 महीने बाद फिर दोबारा नंबर पाए उथे देखे किथे जा रहे हो ते जे नंबर ठीक जगह ते पै रहे वीर जी फिर ते नाम जपदा पिया ते जे नंबर उत्थे दे उत्थे ही है वो भी ठीक है तो उत्थे खड़ा होया प्रोग्रेस नहीं हो रही ओदे कुछ भी कोशिश फिर देखे भी मेरी क्यों नहीं प्रोग्रेस हो रही किथे दिक्कत आ रही है मैनू की गल्लां करदा पिया जेड़ी मेरी प्रोग्रेस नहीं हो रही किथे मेरी प्रॉब्लम्स हैं मेरी की इश्यूज हैं मेरी उन्होंने एड्रेस करे उस इश्यूज नू जिस तरह ਅਸੀਂ ਆਮ ਕਰਦੇ ਆ ਆਪਣੇ ਵਰਕ ਵਿੱਚ ਜਦੋਂ ਨਾ ਕੋਈ ਠੀਕ ਜਾਏ ਕੰਮ सो ये सारा विजी गोल ओरिएंटेड है सारा रिजल्ट ओरिएंटेड है अगर रिजल्ट ठीक आ रहे हैं वाह है फिर विजी उदी हां जी सो I'll let somebody else speak now. I was going to say जो वीर जी ने पॉइंट रेज किया सी कि भाई कोई
ਜਿਹੜਾ ਕੋਈ ਨਾਮ ਜਪ ਰਿਹਾ ਹੋਵੇ ਤੇ ਨਾਮ ਦੀ ਕੁਛ ਤੇ ਉਹਦਾ ਅਸਰ ਹੋਣਾ ਚਾਹੀਦਾ। ਸੋ my thought on that is ਕਿ ਨਾਮ ਦੇ ਵਿੱਚ ਜਾਂ ਨਾਮ ਦੀ ਸ਼ਕਤੀ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਹੈ, ਉਹਦੇ 'ਚ ਕੋਈ ਘਾਟਾ ਨਹੀਂ ਹੈ। ਥੈਂਕ ਯੂ ਦੀਦੀ। ਜੇ ਅਸੀਂ ਆਪਣੇ ਸਰੀਰ ਦੇ ਉੱਤੇ ਤੇਲ ਮਲਿਆ ਹੋਇਆ ਤੇ ਉੱਤੋਂ ਜਿੰਨਾ ਮਰਜ਼ੀ ਪਾਣੀ ਪਾ ਲਓ ਉਹ ਰੁਕੇਗਾ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਉਹਦਾ ਅਸਰ ਨਹੀਂ ਹੋਏਗਾ। ਉਹਦੀ ਸ਼ਕਤੀ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਉਹਦੇ 'ਚ ਉਹਦਾ ਅਸਰ ਨਹੀਂ ਹੈ। ਉਹਦਾ Thank you, ਅਸਰ 100% guaranteed ਹੈ। That's right. That just was my just thought. Yeah. ਬਿਲਕੁਲ ਥੈਂਕ ਯੂ ਦੀਦੀ ਫॉर ਕਲੀਅਰਿੰਗ ਦੈਟ ਅਪ। ਯੂ نو ਕਿ ਪ੍ਰੋਬਲਮ ਜਿਹੜੀ ਹੈ ਉਹ ਸਾਡੇ ਵਿੱਚ ਹੈ ਪ੍ਰੋਬਲਮ। ਸੋ ਪ੍ਰੋਬਲਮ ਇਹ ਹੁਣ ਡਿਪੈਂਡ ਕਰਦਾ, ਇਟ ਆਲ ਡਿਪੈਂਡਸ ਅਗੇਨ ਵੀਰ ਜੀ ਕਿ ਹਾਊ ਬੈਡਲੀ ਡੂ ਯੂ ਵਾਂਟ ਸਮਥਿੰਗ, ਯੂ ਟੈਲ ਮੀ। ਇਟ ਆਲ ਡਿਪੈਂਡਸ ਔਨ ਤੁਹਾਨੂੰ ਹਾਊ ਬੈਡਲੀ ਡੂ ਯੂ ਵਾਂਟ ਟੂ ਲਰਨ ਮਿਊਜ਼ਿਕ, ਯੂ نو। ਤੇ ਜਿਹਨੂੰ ਹੋਵੇ ਯਾਰ ਮੈਂ ਮਰਨ ਤੋਂ ਪਹਿਲੇ ਬਿਲਾਵਲ ਕਲਿਆਣ ਤੇ ਮਾੜੀ ਗੋਲਾ ਗਾ ਕੇ ਜਾਣਾ ਹੈ ਇੱਥੋਂ, ਇੱਕ ਵਾਰੀ ਮੈਂ ਉਹ ਰੰਗ ਦੇਖਣੇ ਹਨ ਉਸਦੇ। ਮੈਂ ਇਹ ਕਿਉਂ 31 ਰਾਗਾਂ ਚ ਬਾਣੀ ਰਚੀ ਗਈ ਹੈ? ਜੇ ਮਨ ਚ ਕਿਉਰਿਓਸਿਟੀ ਹੋਵੇ ਕਿਸੇ ਦੇ ਅੰਦਰ ਵੀ ਇਹ ਚੱਕਰ ਕੀ ਹੈ ਯਾਰ, ਇਹ ਸ਼੍ਰੀ ਕੀ ਹੈ ਤੇ ਮਾਲੀ ਗੋੜਾ ਕੀ ਹੈ, ਕਿਉਂ ਹੈ ਜਾਜਾਵੰਤੀ ਅੰਦਰ, ਕਿਉਂ ਹੈ ਕਾਂਗੜਾ ਅੰਦਰ, ਇਹ ਮੈਂ ਜਾਣ ਕੇ ਜਾਵਾਂ ਜਾਂ ਮਰਨ ਤੋਂ ਪਹਿਲੇ ਸਮਝ ਕੇ ਜਾਵਾਂ, ਸਾਰਾ ਕੁਝ ਗਾ ਕੇ ਜਾਵਾਂ, ਦੇਖਾਂ ਕੀ ਫਰਕ ਹੈ। ਤੇ ਜਿਸ ਪ੍ਰਭ ਕੋ ਪ੍ਰਭ ਦਰਸ ਪਿਆਸਾ ਤੇ ਨਾਨਕ ਥਾਂ ਕੇ ਬਲ ਬਲ ਜਾਸਾ ਹੈ। ਫਿਰ ਜਿਹਦੇ ਅੰਦਰ ਉਹ ਉਸ ਦਰਸ਼ਨਾਂ ਦੀ ਜਿਹਦੇ ਅੰਦਰ ਵੀ ਜੀ ਭੁੱਖ ਹੀ ਨਹੀਂ ਪੈਦਾ ਹੋਈ ਨਾ ਦੇਖਣ ਦੀ, ਜਿਹਦੇ ਅੰਦਰ ਹੈ ਹੀ ਨਹੀਂ ਅਭਿਲਾਸ਼ਾ ਦੇਖਣ ਦੀ, ਜਿਹਦੇ ਅੰਦਰ ਭੁੱਖ ਹੀ ਨਹੀਂ ਹੈ, ਤੇ ਉਹ ਫਿਰ ਕੀ ਕਰੇਗਾ? ਉਹ ਕੁਝ ਨਹੀਂ ਕਰ ਸਕਦਾ। ਉਹ ਜਿੰਨਾ ਵੀਰ ਜੀ ਭੁੱਖ ਵੀ ਤੇ ਉਹੀ ਦਿੰਦਾ ਨਾ ਜੀ, ਭੁੱਖ ਵੀ ਤੇ ਉਹੀ ਦਿੰਦਾ ਨਾ। ਭੁੱਖ ਲਗਾਣ ਨਹੀਂ, ਭੁੱਖ ਵੀਰ ਜੀ ਉਹ ਦਿੰਦਾ ਤਾਂ ਜੇ ਇੱਕ ਕਦਮ ਅੱਗੇ ਚੁੱਕਦੇ ਹੋ ਤਾਂ ਨਾ। ਹਾਂਜੀ, ਇਹ ਕੰਮ ਚੁੱਕੀ ਕੋ ਮੈਂ ਪੂਰੇ ਦਿਨ ਟੀਵੀ ਦੇਖਣਾ ਬੈਠ ਕੇ, ਮੈਂ ਜਿਸ ਤਰ੍ਹਾਂ ਦੀਦੀ ਨੇ ਹੁਣੇ ਕਿਹਾ, ਸਿਮਰਤ ਦੀਦੀ, she just said a second ago ਕਿ ਜੇ ਪੂਰੇ ਸਰੀਰ ਤੇ ਤੇਲ ਹੀ ਮਲਿਆ ਹੋਵੇ ਤੇ ਉਹਨੂੰ ਕਹਿੰਦੇ ਮੇਰੇ ਤੇ ਕਿਰਪਾ ਨਹੀਂ ਹੋ ਰਹੀ ਜੀ, ਮੈਂ ਪੜ੍ਹਨਾ ਨਹੀਂ ਹੈ ਜੀ, ਮੈਨੂੰ ਇਹ ਆ ਜਾਏ ਮੇਰਾ ਐਗਜ਼ਾਮ ਚ, ਲੇਕਿਨ ਕਿਤਾਬਾਂ ਨੂੰ ਹੱਥ ਨਹੀਂ ਲਾਣਾ। ਉਹ ਟੀਚਰ ਨੇ ਕਿਹਾ ਹੋਮਵਰਕ ਕਰੋ, ਮੈਂ ਕਰਨਾ ਨਹੀਂ ਜੀ, ਉਹ ਪਈਆਂ ਰਹਿਣ ਉੱਥੇ ਜੀ, ਉਹ ਮੈਂ ਮਿਹਨਤ ਨਹੀਂ ਕਰਨੀ। ਕਿਉਂ? ਕਿਉਂਕਿ ਮੇਰੇ ਵਾਸਤੇ ਪੈਸੇ ਕਮਾਣੇ ਜ਼ਿਆਦਾ ਮੁਸ਼ਕਿਲ, ਜ਼ਿਆਦਾ ਇੰਪੋਰਟੈਂਟ ਹਨ ਮੇਰੇ ਵਾਸਤੇ ਇਸ ਵੇਲੇ। ਇਟਸ ਮੋਰ ਇੰਪੋਰਟੈਂਟ ਟੂ ਮੀ ਕਿ ਮੈਂ ਉੱਥੇ ਜ਼ਿਆਦਾ ਧਿਆਨ ਦਿਆਂ, ਉੱਥੇ ਧਿਆਨ ਘੱਟ ਦਿਆਂ ਮੈਂ। It all depends on what you, ਕਿਰਪਾ ਤਾਂ ਹੋਏਗੀ ਜੇ ਕਿਰਪਾ ਤੇ ਜੇ ਤੁਸੀਂ ਕਾਬਲ ਹੋਵੋਗੇ ਤਾਂ ਨਾ ਵੀਰ ਜੀ। ਭਾਂਡਾ ਸਿੱਧਾ ਕਰਨਾ ਪਏਗਾ। ਤੇ ਇਹ ਹੁਣ ਸਟੂਡੈਂਟ ਹੋਵੇ ਕੋਈ ਤੇ ਕਵੇ ਜੀ ਮੇਰੀ ਟੀਚਰ ਤੇ ਮੇਰੇ ਤੇ ਕਿਰਪਾ ਹੋ ਜਾਏ ਜੀ, ਮੇਰੀ ਕਿਤਾਬਾਂ ਨਹੀਂ ਮੈਂ ਖੋਲਣੀਆਂ, ਹੋਮਵਰਕ ਮੈਂ ਕਰਨਾ ਨਹੀਂ ਤੇ ਐਗਜ਼ਾਮ ਵਾਸਤੇ ਪ੍ਰੀਪਰੇਸ਼ਨ ਕਰਨੀ ਨਹੀਂ, ਮੇਰੇ ਤੇ ਕਿਰਪਾ ਹੋ ਜਾਵੇ ਬੜੀ ਜ਼ਬਰਦਸਤ ਕਿ ਮੈਨੂੰ ਇਹ ਆ ਜਾਣ ਮੇਰੇ ਐਗਜ਼ਾਮ ਚ, ਉਹ ਨਹੀਂ ਹੋਣਾ ਵੀਰ ਜੀ। ਜੀ ਬਾਣੀ ਪੜ੍ਹਦੇ ਨੇ ਪਰ ਸੁਣਦੇ ਨਹੀਂ ਨਾ, ਆਪਣੇ ਪੜ੍ਹ ਰਹੇ ਫਿਰ ਸੁਣ ਵੀ ਨਹੀਂ ਰਹੇ, ਜਿਹੜਾ ਉਹਨੂੰ ਫਿਰ ਅਸਰ ਨਹੀਂ ਹੋ ਸਕਦਾ। ਸੁਣਨਾ ਤੇ ਪੈਣਾ ਹੀ ਹੈ, ਸੁਣਦੇ ਹੀ ਨਹੀਂ ਹੈ, ਉਹ ਤੇਲ ਲੱਗਾ ਹੋਇਆ ਨਾ, ਫਿਰ ਉਹ ਸੁਣਿਆ ਨਹੀਂ ਜਾਂਦਾ। ਇੱਕ ਗੱਲ ਮੈਂ ਹੋਰ ਕਲੈਰਿਟੀ ਕਰ ਦਿਆਂ, ਸਿੰਸ ਵੀਰ ਜੀ ਰੇਜ਼ ਦਾ ਸੁਣਨ ਦਾ ਇਸ਼ੂ। ਸੁਣਨ ਦਾ ਮਤਲਬ ਸਿਰਫ ਸੁਣਨਾ ਨਹੀਂ ਹੈ ਕੰਨਾਂ ਦੀ ਰਾਹੀਂ, ਕਿਉਂਕਿ ਜਪਜੀ ਵਿੱਚ ਵਰਡ ਆਏ ਹਨ, ਸੁਣਿਆ ਦੁੱਖ ਪਾਪ ਕਾ ਨਾਸ। ਸਿਰਫ ਸੁਣਨ ਨਾਲ ਦੁੱਖ ਪਾਪ ਕਾ ਨਾਸ ਨਹੀਂ ਹੈ। ਸੰਥਿਆ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਜਿਹੜੀ ਸੰਥਿਆ ਦੀ 7 ਵਾਲੀਅਮ ਹਨ, ਪਹਿਲੀ ਵਾਲੀਅਮ ਵਿੱਚ ਭਾਈ ਸਾਹਿਬ ਡਿਫਾਈਨ ਕਰਦੇ ਹਨ ਸੁਣਨਾ ਕੀ ਹੈ। ਤੇ ਸੁਣਨਾ ਜਾਂ ਸ਼ਰੋਤਾ ਬਣਨਾ ਜਾਂ ਸੁਣ ਲੈਣਾ, ਸੁਣਨਾ ਹੈ ਸੁਣ ਕੇ ਉਸ ਚੀਜ਼ ਨੂੰ ਪ੍ਰੋਸੈਸ ਕਰਨਾ ਉਹਦੇ ਅੰਦਰ, ਆਪਣੇ ਅੰਦਰ, ਤੇ ਪ੍ਰੋਸੈਸ ਕਰਕੇ ਉਸ ਨੂੰ ਮੰਨ ਲੈਣਾ। ਹਾਂਜੀ, ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਨਾ ਹੋਰ ਕਰ ਲੈਣੀ। ਤੇ ਕੋਈ ਕਹੇਗਾ ਹੁਣ ਮੈਨੂੰ well if that is ਸੁਣਨਾ then ਮੰਨਣਾ ਕੀ ਹੋਇਆ? ਫਿਰ ਕਿੱਥੇ ਹੈ ਉਹਦੀ ਹੱਦ ਸੁਣਨ ਦੀ, ਤੇ ਮੰਨਣਾ ਕਿੱਥੋਂ ਸ਼ੁਰੂ ਹੁੰਦਾ ਹੈ? ਮੰਨਣ ਦੀ ਤੇ ਹੱਦ ਹੈ ਹੀ ਨਹੀਂ ਨਾ ਕੋਈ। ਨੋਟਿਸ ਕਰੋਗੇ ਜਪਜੀ ਦੀਆਂ ਉਹਨਾਂ ਪੌੜੀਆਂ ਵਿੱਚ, ਸੁਣਿਆਂ ਦੀਆਂ ਪੌੜੀਆਂ ਵਿੱਚ ਡਿਫਾਈਨ ਕਰਨਗੇ ਉਸ ਬੰਦੇ ਨੂੰ ਕੌਣ ਸੁਣਨ ਵਾਲਾ ਹੈ। ਮੰਨੇ ਦੀ ਪੌੜੀ ਡਿਫਾਈਨ ਨਹੀਂ ਕਰ ਸਕਦੇ ਕੌਣ ਹੈ, ਕਿਉਂਕਿ ਮੰਨੇ ਕੀ ਗਤ ਕਹੀ ਨਾ ਜਾਏ। ਮੰਨੇ ਦੀ ਅਵਸਥਾ ਡਿਫਾਈਨ ਨਹੀਂ ਕਰਦੇ ਕਿਧਰੇ ਵੀ, ਕਿਉਂਕਿ ਮੰਨੇ ਉਹ ਮੰਨਣੇ ਦੀ ਅਵਸਥਾ ਤੇ ਉਹ ਹੈ ਜਿਹਦੇ ਅੰਦਰ ਦ੍ਰਿੜ ਹੋ ਚੁੱਕਿਆ ਕੰਮ, ਜਿਹੜਾ ਗੁਰਦੁਆਰੇ ਜਾਏ ਨਾ ਜਾਏ, ਜਿਹੜਾ ਬਾਣੀ ਪੜ੍ਹੇ ਨਾ ਪੜ੍ਹੇ, ਜਿਹੜਾ ਕੀਰਤਨ ਕਰੇ ਨਾ ਕਰੇ, ਉਹ ਕੁਝ ਕਰੇ, ਉਹ ਤੁਹਾਡੇ ਨਾਲ ਗੱਲਾਂ ਕਰੇ, ਮੇਰੇ ਨਾਲ ਗੱਲਾਂ ਕਰੇ, ਬਾਹਰ ਵਿਕੇਸ਼ਨ ਤੇ ਜਾਏ, ਉਹ ਕੁਝ ਵੀ ਕਰੇ, ਉਹਦਾ ਚਿੱਤ ਪ੍ਰਮਾਤਮਾ ਦੇ ਚਰਨਾਂ ਵਿੱਚ 24 ਘੰਟੇ ਜੁੜਿਆ ਹੋਇਆ, ਜਿਹੜਾ ਸਹਿਜ ਅਵਸਥਾ ਵਿੱਚ।
ਜਿਸ ਤਰ੍ਹਾਂ ਸਾਨੂੰ ਰੋਟੀ ਖਾਂਦਿਆਂ ਸਮਝਾਣਾ ਨਹੀਂ ਪੈਂਦਾ ਆਪਣੇ ਆਪ ਨੂੰ ਗਲੇ 'ਚ ਕਿਸਾਂ ਥੱਲੇ ਨਿਕਲਦੀ ਹੈ, ਜਾਂ ਸਾਨੂੰ ਅਲਾਰਮ ਨਹੀਂ ਲਗਾਉਣੇ ਪੈਂਦੇ ਵੀ ਡਿਨਰ ਕਰਨਾ ਹੈ, ਅਲਾਰਮ ਨਹੀਂ ਲਗਾਉਣਾ ਪੈਂਦਾ ਸਵੇਰੇ ਬ੍ਰੇਕਫਾਸਟ ਕਰਨਾ ਹੈ, ਅਲਾਰਮ ਨਹੀਂ ਲਗਾਉਣਾ ਪੈਂਦਾ ਸਵੇਰੇ ਨਹਾਉਣਾ ਹੈ। ਮੰਨੇ ਵਾਲੇ ਦੀ ਹਾਲਤ ਇਹ ਹੈ, ਉਹ ਕੁਝ ਕਰੇ ਨਾ ਕਰੇ, ਉਹਦੇ ਕੋਲੋਂ ਕੁਝ ਹੋਏ ਨਾ ਹੋਏ, ਉਹ ਜੋ ਮਰਜ਼ੀ ਕਰ ਰਿਹਾ ਹੋਵੇ, ਉਹਦੇ ਅੰਦਰੋਂ ਪ੍ਰਮਾਤਮਾ ਦਾ ਪਿਆਰ ਤੇ ਉਹਦੇ ਅੰਦਰ ਪ੍ਰਮਾਤਮਾ ਦਾ ਰੋਹ ਜਿਹੜਾ ਵੈ ਉਹ ਨਿਰੰਤਰ ਚੱਲਦਾ ਹੋਵੇ ਜਿਹਦੇ ਅੰਦਰ। ਤੇ ਇਹੋ ਜਿਹੀ ਬੰਦੇ ਦੀ ਵਿਆਖਿਆ ਕੀ ਕੋਈ ਕਰ ਸਕਦਾ ਹੈ? ਇसी ਵਾਸਤੇ ਵਰਡ ਆਏ ਹਨ, ਮੰਨੇ ਕੀ ਕਤ ਕਹੀ ਨਾ, ਜੇ ਕੋ ਕਹੇ ਨਹੀਂ ਪਛਤਾਣ ਤੋਂ ਸਿਵਾਏ ਕੋਈ ਹੋਰ ਤਰੀਕਾ ਨਹੀਂ ਤੁਹਾਡੇ ਕੋਲ ਕੋਈ। ਸੁਣਿਏ ਦੀ ਡੈਫੀਨੇਸ਼ਨ ਹੈ, ਉਹ ਸੁਣਿਏ ਦੁੱਖ ਪਾਪ का नाश है। ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ 'ਚ, ਮੈਂ 2 ਮਿੰਟ ਕਹਿ ਕੇ ਮੈਂ ਕੀਰਤਨ ਦੀ ਕਲਾਸ ਸ਼ੁਰੂ ਕਰਨੀ ਹੈ ਹੁਣੇ। ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਸੂਰਜ ਪ੍ਰਕਾਸ਼ ਬੜੀ ਲੰਬੀ ਕਥਾ ਆਉਂਦੀ ਹੈ, ਕਦੀ ਦੁਬਾਰਾ ਮੈਂ ਕੱਲ ਆਮ ਨੂੰ ਲੀਵ ਯੂ ਵਿਦ ਅ ਸੇਲੀਐਂਟ ਪੁਆਇੰਟ ਹੇਅਰ। ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ 'ਚ ਇੱਕ ਸਿੱਖ ਆਏ ਤੇ ਕਹਿਣ ਲੱਗੇ, ਮਹਾਰਾਜ ਕੀਰਤਨ ਬੜਾ ਸੁਣਦੇ ਹਾਂ ਲੇਕਿਨ ਧਿਆਨ ਨਹੀਂ ਲੱਗਦਾ, ਬਾਣੀ ਪੜ੍ਹਦੇ ਹਾਂ ਧਿਆਨ ਨਹੀਂ ਲੱਗਦਾ, ਸਾਡਾ ਕੁਝ ਫਰਕ ਨਹੀਂ ਪੈ ਰਿਹਾ ਅੰਦਰ ਸਾਡੇ, ਬੜੀ ਬਾਣੀ ਪੜ੍ਹਦੇ ਹਾਂ, ਅਖੰਡ ਪਾਠ ਵੀ ਬੜੇ ਕੀਤੇ ਹਨ, ਬੜਿਆ ਕੁਝ ਕੀਰਤਨ ਵੀ ਸਿੱਖਿਆ ਹੈ, ਲੇਕਿਨ ਕੋਈ ਫਰਕ ਨਹੀਂ ਪਿਆ ਅੰਦਰ, ਕੀ ਕਾਰਨ ਹੈ ਇਹਦਾ? ਮਹਾਰਾਜ ਨੇ ਉੱਥੇ, ਮੈਂ ਨੈਕਸਟ ਕਲਾਸ ਜਾਂ ਅਗਲੇ ਵੈਡਨਸਡੇ ਨੂੰ somebody would remind me, I will remember, I'll bring the notes with me, 14 ਗੁਣ 14 qualities of a listener, 14 ਗੁਣ ਸ਼ਰੋਤੇ ਦੇ of a listener ਤੇ 14 ਗੁਣ ਬਖਤੇ ਦੇ, ਬੋਲਣ ਵਾਲੇ ਦੇ ਗੁਣ ਬਿਆਨ ਕੀਤੇ ਹਨ। 14 qualities of a listener and 14 qualities of a speaker. And I still have it written in red letters and bold letters in my notebook though, or I refer to it all the time, ਕਿ ਇਹਨਾਂ ਚੋਂ 2 ਗੁਣ ਤੇ ਆ ਜਾਣ, 14 ਵਿੱਚੋਂ 1 ਗੁਣ ਵੀ ਆ ਜਾਏ, 2 ਗੁਣ ਵੀ ਆ ਜਾਣ, ਸਾਰੇ 14 ਨਹੀਂ ਹੋ ਸਕਦੇ। ਬਹੁਤ ਭਾਗਾਂ ਵਾਲੇ ਹਨ ਜਿਨ੍ਹਾਂ ਚ ਉਹ, ਤੇ ਸ਼ਰੋਤੇ ਦੇ ਗੁਣ 14 ਸ਼ਰੋਤੇ ਦੇ ਗੁਣ ਲਿਖੇ ਹਨ, 14 qualities of a good listener ਹੈ ਜੀ। ਮਹਾਰਾਜ ਨੇ ਡਿਫਾਈਨ ਕੀਤਾ ਤੇ ਮਹਾਰਾਜ ਨੇ ਥਾਪੜੀ ਦਿੱਤੀ, ਉੱਥੇ ਕਿਹਾ ਕਿ ਜਾਓ ਹੁਣ ਤੋਂ ਲੈ ਕੇ ਇਹ ਗੁਣ ਆਪਣੇ ਆਪ ਚ ਧਾਰਨ ਕਰੋ, ਫੋਕਸ ਕਰੋ ਇਹਨਾਂ ਦੇ ਉੱਤੇ। ਔਰ ਇੱਕ ਗੱਲ ਹੋਰ ਮੈਂ ਕਹਿ ਦਿਆਂ, ਇਹ ਕੋਈ ਪੈਸਿਵ ਲੜਾਈ ਨਹੀਂ ਹੈ, ਐਕਟਿਵ ਲੜਾਈ ਹੈ ਆਪਣੇ ਅੰਦਰ। ਜਪ ਜਪ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ ਦਾ ਜਿਹੜਾ ਉਪਦੇਸ਼ ਹੈ, ਇਹ ਕੋਈ ਪੈਸਿਵ ਨਹੀਂ ਹੈ ਕਿ ਮੈਨੂੰ ਟਾਈਮ ਮਿਲੇਗਾ ਤੇ ਮੈਂ ਕੀਰਤਨ ਸਿੱਖਾਂਗਾ, ਜਾਂ ਕਰੋਨਾ ਵਾਇਰਸ ਚੱਲ ਰਿਹਾ ਹੁਣ ਮੇਰੇ ਕੋਲ ਬੜਾ ਟਾਈਮ ਹੈ, so let me, since I have nothing else to do right now, ਇਹ ਮੈਨੂੰ ਬੜਾ bother ਕਰਦਾ when people tell me this, and after the class ends I always think about that, ਕਿ ਹੁਣ ਮੇਰੇ ਕੋਲ, since this corona virus, so I'm sitting at home, so I have a lot of time available, God forbid if that doesn't happen though, ਤਾਂ ਫਿਰ ਥੋੜਾ ਕੀਰਤਨ ਸਿੱਖਣਾ ਮੈਂ, ਤਾਂ ਥੋੜਾ ਬਿਲਾਵਲ ਸਿੱਖਾਂਗਾ, ਫਿਰ ਮੇਰੇ ਕੋਲ ਤਾਂ ਹੋਰ ਕੰਮ ਬੜੇ ਕਰਨ ਨੂੰ, ਮੇਰੇ ਕੋਲ ਟਾਈਮ ਥੋੜੇ ਨਾ ਇਹ ਸਭ ਕਰਨ ਦਾ, ਫਿਰ ਮੈਂ I would rather do something else, you know। ਇਹ ਮੈਂ ਉਹਨਾਂ ਭਗਤਾਂ ਦੀ ਗੱਲ ਨਹੀਂ ਕਰਦਾ ਪਿਆ, ਜਿਹੜੇ ਸੱਚੇ ਹਨ ਉਹ ਲਗਾਉਣ ਵਾਲੇ, ਉਹ ਸੱਚੇ ਹਨ ਉਹਦੇ ਅੰਦਰੋਂ, ਪਰ ਧੰਨਤਾ ਯੋਗ ਹੈ ਜਿਹੜੇ ਕਰਦੇ ਹਨ। ਸ਼ੁਕਰ ਹੈ ਉਸ ਪ੍ਰਮਾਤਮਾ ਦਾ, ਜਿਹੜੇ 1 2 4 5 10 ਜਿੰਨੇ ਵੀ ਹਨ ਉਹ ਜਿਹੜੇ ਉਸ ਨਾਲ ਲੱਗਦੇ ਹਨ, ਜਿਹੜੇ ਉਸ ਅਵਸਥਾ ਪਹੁੰਚਣਾ ਚਾਹੁੰਦੇ ਹਨ। ਪਰ ਪਹਿਲੀ ਤੇ ਸਟੇਜ ਉਹੀ ਹੈ ਨਾ ਕਿ ਅੰਦਰੋਂ ਭੁੱਖ ਹੋਵੇ ਪਹੁੰਚਣ ਦੀ, ਪਹਿਲੀ ਤੇ ਸਟੇਜ ਉਹੀ ਹੈ ਨਾ ਕਿ ਅੰਦਰੋਂ ਇੱਛਾ ਹੋਵੇ ਜਾਣ ਦੀ ਉੱਥੇ। ਤੇ ਜਿਨ੍ਹਾਂ ਦੇ ਅੰਦਰ ਇੱਛਾ ਹੀ ਪੈਦਾ ਨਹੀਂ ਹੋਈ, ਜੇ ਭੁੱਖ ਨਾ ਲੱਗੀ ਹੋਵੇ ਤੇ ਤੁਹਾਡੇ ਮਨਪਸੰਦ ਜਿੰਨੇ ਮਰਜ਼ੀ ਖਾਣੇ ਅੱਗੇ ਰੱਖਦੇ ਆ, ਮੈਂ ਬੈਸਟ ਰੈਸਟੋਰੈਂਟ ਤੋਂ ਖਾਣਾ ਲਿਆ ਕੇ ਅੱਗੇ ਰੱਖਦੇ ਆ, ਤੇ ਭੁੱਖ ਹੀ ਨਹੀਂ ਹੈ ਤੇ ਫਿਰ ਗੱਲ ਹੀ ਹੋ ਰਿਹਾ। ਤੇ ਜੇ ਭੁੱਖ ਬਹੁਤੀ ਜ਼ੋਰ ਲੱਗੀ ਹੋਵੇ ਤੇ ਫਿਰ ਖਾਣਾ ਇਹੋ ਜਿਹਾ ਹੀ ਪਿਆ ਹੋਵੇ ਜਿਹੜਾ ਬਹੁਤ ਮਨਪਸੰਦ ਨਾ ਹੋਵੇ, ਤਾਂ ਵੀ ਬੜਾ ਬੰਦਾ ਰਿਝ ਕੇ ਖਾ ਲੈਂਦਾ ਹੈ ਉਸਨੂੰ। ਸੋ ਮੈਨੂੰ ਯਾਦ ਕਰਾਣਾ, I will bring the ਗੁਰੂ ਹਰਗੋਬਿੰਦ ਮਹਾਰਾਜ ਦੀ ਸਾਖੀ ਮੈਂ ਸੂਰਜ ਪ੍ਰਕਾਸ਼ ਤੋਂ ਪੜ੍ਹ ਕੇ ਤੁਹਾਨੂੰ ਸੁਣਾਵਾਂਗਾ। If I remember though, I don't know how I remember today, but just somebody has to remind me and I'll do it. Anything else, ji? No comments, no nothing. किसने सुनी हुई है पहले साखी जी क्लास में सुनाई हुई है कि बाहर किसने सुनी हुई है? Has anybody listened to that? 14 गुण किसने सुने हुए बकते देते, you know? संजय जी ਤੁਸੀਂ ਸੁਣਾਏ in the class? क्लास में सुनाई गई है, बड़ी पहले दी गल है यार, सुनाई गई। हाँ जी, कोई कह रहा है कुछ? बहुत जबरदस्त लिखे गुण उथे, कमाल दे गुण लिखे बोलण वाले विच भी ते सुनन वाले कि बक्ते दे गुण केड़े हैं ते श्रोते दे गुण केड़े हैं। सो हाँ जी जी,
No question, no nothing, Ji. Okay, Ji. So we will continue. I will try to pick up another historical topic for this Sunday. अगर ਤੁਹਾਨੂੰ कुछ सुनना है especially तो मैंने message कर दियो. नहीं तो फिर I'll pick up myself though, and we'll continue with Sukhmani next Wednesday, and I'll try to remember the 14 gun bhakte wale. I will bring that and I will share that with everybody. Surya Prakash likhe hue, anybody can read it, but je tadkol nahi hai book, then I'll try to go over those, you know, and try to define. Surinder ji, on Sunday, are we not talking about Vada Kallukara? Yeah, we can talk about Vada Kallukara. Yeah, that's, you know, chota ho gaya on discuss, the Vada Kallukara discuss ho jayega. That's what we will do. Yeah. We will discuss. It's just very emotionally draining, you know. Every time I read that part, every time it just gets you inside, you know. I mean, and every time I complain about something or somebody else complains, you know, I just remember उस दिन मेरी तूने गल करता पैसी कि वैसे लड़ाई ते जाना उन देखो जैतो गंगसर दे शहीद भी होए ठीक है, लेकिन उन्होंने माँ-प्यो ते नाल नहीं सन ना उत्थे, उन्हां दे बच्चे ते नाल नहीं लड़दे सन ना उत्थे, उन्हां दे 90 साल दे दादा दादी ते नाल नहीं सन ना बैठे हुए। छोटे घल्लूकारे ते वड्डे घल्लूकारे विच एक अजीब लड़ाई जिहड़ी पहले दुनिया च किसी ने देखी नहीं सी पहले हुई है, जिहड़ी I will share with that everybody on Sunday though। ते last time somebody suggested, Nirvinder di तुसी किया सी ना कि सानू पहले दस दिया करो। Somebody said that। No, I said that। So you said that। I said make your बनू भी थोड़ा easy होए, थोड़ा पढ़ के आई है, you know। पढ़ के मैं क्वेश्चन पूछांगा फिर दीदी तुसी फिर। Oh, okay। I'm just kidding। Yeah। चलो ठीक है। Anybody else want to say something before I end? 6:36 हो गया, I've got to go। Thank you so much। Thank you so much, Vijay. Thank you जी। वाहिगुरू जी खालसा, वाहिगुरू जी की वाहिगुरू फतेह। जी का खालसा, वाहिगुरू जी Beginner की Kirtan फतेह। class will be, whoever signed up for it will be on Friday at 5 p.m. Pacific time, which is 8 p.m. EST.